हर गोबिंद शुभ मत प्रकाशक। श्री हर राय नमोकार जोरी, नमोकार जोरी। श्री हरि कृष्ण मनाए बहोरी। तेग बहादुर परम कृपाला, गुर परम कृपाला। श्री गुरु गोबिंद सिंह विसाला। धरों धरा पर पुन पुन सीसा जी, पुन पुन सीसा। बंदों बार बार जगदीशा। जिस मह अमृत ज्ञान है, मानिक भगत वैराग। श्री गुरु ग्रंथ साहिब उदध, बंदों कार्य अनुराग। एक अंकारा सतगुरु, तेह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। श्री वाहिगुरु सरस्वती वाहिगुरु जी का खालसा, वाहिगुरु जी की फतेह। दसां पातशाहियां दी जो तख्त चौर छत्र दे मालक धन श्री गुरु ग्रंथ साहिब जी महाराज। थोड़ी बहुत आवाज आ गई। गरीब नवाज साहिब जी की कृपा का सदका जगत गुरु धन धन श्री गुरु नानक देव साहिब जी महाराज, सतगुरां दे पावन पवित्र अस्थान गुरुद्वारा श्री बेर साहिब जी विखे गुरु चरनां की हाजरी भर रही गुरु की साजी नवाजी हुई साध संगत जीओ। सतगुरां ने कृपा की है, सत संगत का अमोलक सुभागा समा बख्शिश किया है। कल नूं साध संगत जी खालसे का साजना दिवस है, वैसाखी का दिहाड़ा है, जो महाराज साहब जी के सारे अस्थानां दे उत्ते शरधा भावना सहित ये वैसाख की संग्रांद खालसा साजना दिवस मनाया जाता। और जिस दी आरंभता श्री गोइंदवाल साहब तो हुई है साध संगत। ऐसा इतिहास में जिक्र आया है कि भाई साहब भाई पारो जी तिन्हां दे बेनती करन तो महाराज साहब जी ने श्री गोइंदवाल साहब विखे वड्डा भारी इकट्ठ किया सी विसाखी वाले दिन। जो डल्ले वाले सन ना भाई पारो जी परमहंस ब्रह्म ज्ञानी डल्ले नगर दे, उन्होंने बेनती की सी श्री गुरु अमरदास साहब महाराज के चरणों में कि सतगुरु जी संगत अगे पिछे आउंदियां हन, आप जी के दर्शन करके जांदियां, पर एक दिन ऐसा मनाया जावे
सारी संगत नूं सद्दिया जावे, वड्डा भारी जोड़ मेला कीता जावे भी देशां विदेशां दीयां संगतां इक्के दिन इकट्ठियां होण। ਤਾਂ ਮਹਾਰਾਜ ਸਾਹਿਬ ਜੀ ਨੇ ਭਾਈ ਪਾਰੋ ਜੀ ਦੀ ਬੇਨਤੀ ਮੰਨ ਕਰਕੇ ਫਿਰ ਇਹ ਵਿਸਾਖੀ ਦਾ ਦਿਹਾੜਾ ਸ੍ਰੀ ਗੋਇੰਦਵਾਲ ਸਾਹਿਬ ਸਾਧ ਸੰਗਤ ਜੀ ਇਹ ਪੁਰਬ ਮਨਾਇਆ। ਉੱਥੋਂ ਇਹ ਆਰੰਭਤਾ ਹੋਈ। ਫਿਰ ਸਮੇਂ ਸਮੇਂ 'ਤੇ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਸੰਗਤਾਂ ਨੂੰ ਨਿਹਾਲ ਕਰਦੇ, ਦਰਸ਼ਨ ਦਿੰਦੇ, ਉੱਥੇ ਵਿਸਾਖੀ ਵਾਲੇ ਦਿਨ ਇਹ ਵੱਡਾ ਭਾਰੀ ਪੁਰਬ ਮਨਾਇਆ ਜਾਂਦਾ। ਪਰ ਵਿਸ਼ੇਸ਼ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ। 1699 ਈਸਵੀ ਤੇ 30 ਮਾਰਚ ਨੂੰ ਉਦੋਂ ਵਿਸਾਖੀ ਆਈ ਸੀ। ਆ ਪਿਛਲੇ ਸਾਲਾਂ ਦੇ ਵਿੱਚ 13 ਮਾਰਚ ਨੂੰ ਵੀ 13 ਅਪ੍ਰੈਲ ਨੂੰ ਵੀ ਆਉਂਦੀ ਰਹੀ ਹੈ। ਪਰ ਉਸ ਮੌਕੇ ਦੇ ਉੱਤੇ ਇਹ ਵਿਸਾਖੀ ਦਾ ਜ਼ਿਕਰ ਲਿਖਿਆ ਇਤਿਹਾਸ ਦੇ ਵਿੱਚ ਵੀ 30 ਮਾਰਚ ਵਾਲੇ ਦਿਨ ਉਸ ਦਿਨ ਵਿਸਾਖ ਦੀ ਸੰਗਰਾਂਦ ਸੀ, ਵਿਸਾਖੀ ਵਾਲਾ ਦਿਨ ਸੀ। ਤੇ ਕੱਲ ਨੂੰ ਸਾਧ ਸੰਗਤ ਜੀ 14 ਅਪ੍ਰੈਲ ਹੈ। ਇਹ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਕੱਲ ਨੂੰ ਹੈ। ਔਰ ਸਾਰੇ ਅਸਥਾਨਾਂ 'ਤੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਹੋ ਰਿਹਾ ਹੈ। ਤੇ ਇਸ ਅਸਥਾਨ 'ਤੇ ਵੀ ਜਗਤ ਗੁਰੂ ਜੀ ਦੇ ਪਾਵਨ ਅਸਥਾਨ 'ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ। ਜਿਨ੍ਹਾਂ ਮਾਈਆਂ ਭਾਈਆਂ ਨੇ ਗੁਰੂ ਕਾ ਅੰਮ੍ਰਿਤ ਨਹੀਂ ਹੁਣ ਤੀਕ ਛਕਿਆ, ਉਹ ਭਾਈ ਆਪਣੇ ਨਾਮ ਲਿਖਾ ਕਰਕੇ ਤੇ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਔਰ ਅੱਜ ਜੋ 13 ਅਪ੍ਰੈਲ ਹੈ, ਸਮੇਂ ਦੇ ਨਾਲ ਸਾਧ ਸੰਗਤ ਜੀ ਇਹਨਾਂ ਇਸ ਦਿਨ ਵੀ ਜਦੋਂ ਪਿਛਲੇ ਸਮੇਂ ਦੇ ਵਿੱਚ ਵਿਸਾਖੀ ਦਾ ਦਿਨ ਆਇਆ, ਜਿਵੇਂ 1919 ਦੀ ਵਿਸਾਖੀ 13 ਅਪ੍ਰੈਲ ਨੂੰ ਸੀ। ਔਰ ਉਸ ਮੌਕੇ ਦੇ ਉੱਤੇ ਜਲਿਆਂਵਾਲੇ ਬਾਗ ਦੇ ਵਿੱਚ ਅੱਜ ਦੇ ਦਿਨ ਸਿੱਖਾਂ ਦੇ ਉੱਤੇ, ਸਿੰਘਾਂ ਦੇ ਉੱਤੇ ਇਹ ਹਮਲਾ ਕੀਤਾ ਗਿਆ, ਜਨਰਲ ਡਾਇਰ ਵੱਲੋਂ ਕਰਾਇਆ ਗਿਆ ਤੇ ਕਿੰਨੇ ਸਿੱਖਾਂ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ। ਇਸੇ ਤਰ੍ਹਾਂ 1978 ਦੇ ਵਿੱਚ 13 ਅਪ੍ਰੈਲ ਨੂੰ ਵਿਸਾਖੀ ਸੀ ਅੱਜ ਦੇ ਦਿਨ। ਤੇ ਜਿਹੜਾ ਨਰਕਧਾਰੀਆ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਬੇਅਦਬੀ ਕਰਦਾ ਸੀ, ਜਿਹਨੂੰ ਲੋਕ ਨਿਰੰਕਾਰੀਆ ਕਹਿੰਦੇ ਹਨ, ਪਰ ਖਾਲਸਾ ਨਰਕਧਾਰੀਆ ਕਹਿੰਦਾ ਉਸ ਨੂੰ। ਉਹ ਨਰਕਧਾਰੀਏ ਦਾ ਸਮਾਗਮ ਰੋਕਣ ਵਾਸਤੇ ਗਏ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਿੰਘ, ਤੇ ਉਸ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜੇ ਸਿੰਘ ਗਏ ਸੀ ਉਹਨਾਂ ਤੇ ਅਗਲੇ ਪਾਸਿਓਂ ਗੋਲੀਆਂ ਚਲਾ ਕਰਕੇ ਅੱਜ ਦੇ ਦਿਨ 13 ਸਿੰਘ ਸ਼ਹੀਦ ਕੀਤੇ ਸਨ। 1978 13 ਅਪ੍ਰੈਲ ਵਿਸਾਖੀ ਵਾਲੇ ਦਿਨ ਅੱਜ ਉਹਨਾਂ 13 ਸਿੰਘਾਂ ਦਾ ਵੀ ਸ਼ਹੀਦੀ ਦਿਹਾੜਾ ਹੈ, ਜਿਹਦੇ ਵਿੱਚ ਭਾਈ ਫੌਜਾ ਸਿੰਘ ਜੀ ਵਰਗੇ ਗੁਰਮੁਖ ਪਿਆਰੇ ਸਨ, ਅਖੰਡ ਕੀਰਤਨੀ ਜਥੇ ਦੇ ਸਿੰਘ, ਔਰ ਇਸੇ ਤਰ੍ਹਾਂ ਦਮਦਮੀ ਟਕਸਾਲ ਦੇ ਸਿੰਘ ਜੋ ਰੋਕਣ ਵਾਸਤੇ ਉਸ ਨੂੰ ਗਏ ਸਨ। ਸੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦੇ ਅਨੇਕਾਂ ਸੂਰਬੀਰਾਂ ਨੇ ਕੁਰਬਾਨੀਆਂ ਕੀਤੀਆਂ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਔਰ ਸਾਧ ਸੰਗਤ ਜੀ ਕੱਲ੍ਹ ਨੂੰ ਖਾਲਸੇ ਦਾ ਸਾਜਨਾ ਦਿਵਸ ਹੈ। ਜੋ ਇਤਿਹਾਸ ਆਪਾਂ ਕੱਲ੍ਹ ਨੂੰ ਅੰਮ੍ਰਿਤ ਵੇਲੇ ਮਹਾਂਪੁਰਖਾਂ ਨੇ ਹਾਜ਼ਰੀ ਭਰਨੀ ਹੈ, ਔਰ ਸ਼ਾਮ ਵੇਲੇ ਵੀ ਕੱਲ੍ਹ ਨੂੰ ਉਹ ਪਾਵਨ ਇਤਿਹਾਸ ਵਿਚਾਰਾਂਗੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਖਾਲਸੇ ਦੀ ਸਾਜਨਾ ਕਰਨ ਵਾਸਤੇ ਹੁਕਮਨਾਮੇ ਲਿਖੇ ਸੀ। ਜਿੱਥੇ ਵੀ ਕਿਤੇ ਗੁਰੂ ਕੀ ਸੰਗਤ ਵਸਦੀ ਉੱਥੋਂ ਦੀ ਹੁਕਮਨਾਮੇ ਭੇਜੇ ਸਨ। ਚੇਤ ਦੇ ਮਹੀਨੇ ਵਿੱਚ ਹੀ ਤੇ ਸੰਗਤਾਂ ਚੇਤ ਦੇ ਮਹੀਨੇ ਦੇ ਵਿੱਚ ਹੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਉਣੀਆਂ ਆਰੰਭ ਹੋ ਗਈਆਂ ਸੀ ਤੇ ਵੱਡਾ ਭਾਰੀ ਇਕੱਠ ਹੋਇਆ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ। ਤਾਂ ਸੰਗਤ ਦੇ ਮਨ ਦੇ ਵਿੱਚ ਚਾਅ ਤੇ ਉਤਸ਼ਾਹ ਸੀ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਐਸਕੀ ਵਿਸ਼ੇਸ਼ ਕਰਕੇ ਇਹ ਵਿਸਾਖੀ ਦਾ ਦਿਹਾੜਾ ਅਨੰਦਪੁਰ ਸਾਹਿਬ ਮਨਾਇਆ ਜਾਣਾ ਹੈ ਤੇ ਹਰੇਕ ਇਲਾਕੇ ਦੇ ਵਿੱਚੋਂ ਸੰਗਤਾਂ ਇੱਥੇ ਅਨੰਦਪੁਰ ਸਾਹਿਬ ਪਹੁੰਚਣ। ਤੇ ਸੰਗਤ ਦੇ ਮਨ ਦੇ ਵਿੱਚ ਉਤਸ਼ਾਹ ਸੀ ਵੀ ਸਤਿਗੁਰੂ ਸਾਹਿਬ ਜੀ ਨੇ ਕੀ ਉਪਦੇਸ਼ ਦੇਣਾ ਹੈ, ਐਤਕੀ ਵਿਸਾਖੀ ਵਾਲੇ ਦਿਨ ਕੀ ਕੌਤਕ ਕਰਨਾ, ਕੀ ਸਿੱਖਿਆ ਦੇਣੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਜਿਵੇਂ ਖਾਲਸੇ ਦੀ ਸਾਜਨਾ ਕੀਤੀ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਇਹ ਪਾਵਨ ਪਵਿੱਤਰ ਦਿਹਾੜਾ ਸਾਧ ਸੰਗਤ ਜੀ ਗੁਰੂ ਕੇ ਖਾਲਸੇ ਦਾ ਸਾਜਨਾ ਦਿਵਸ ਕੱਲ੍ਹ ਨੂੰ ਹੈ, ਜੋ ਸ਼ਰਧਾ ਭਾਵਨਾ ਸਹਿਤ ਮਨਾਇਆ ਜਾਵੇਗਾ। ਲੜੀਵਾਰ ਰੂਪ ਦੇ ਵਿੱਚ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ। ਸਤਿਗੁਰੂ ਸਾਹਿਬ ਜੀ ਆਗਰੇ ਦੀ ਧਰਤੀ ਤੇ ਬਹਾਦਰ ਸ਼ਾਹ ਦੇ ਬੇਨਤੀ ਕਰਨ ਤੋਂ ਪਹੁੰਚੇ ਹੋਏ ਹਨ ਔਰ ਮਹਾਰਾਜ ਸਾਹਿਬ ਜੀ ਨੇ ਬਾਗ ਦੇ ਵਿੱਚ ਪੜਾਅ ਕੀਤਾ ਹੋਇਆ ਤੇ ਉੱਥੇ ਨੌਨਿਧਾ ਨਾਮ ਦਾ ਖੱਤਰੀ, ਨੌਨਿਧ ਨਾਮ ਹੈ ਜਿਸ ਦਾ, ਉਸ ਨੇ ਸੰਗਤ ਦੇ ਸਮੇਤ ਆ ਕੇ ਦਰਸ਼ਨ ਕੀਤੇ। ਬਹੁਤ ਪੜ੍ਹਿਆ ਹੋਇਆ ਸੀ, ਵਿਦਵਾਨ ਸੀ, ਸ਼ਾਸਤਰ ਪੜ੍ਹੇ ਹੋਏ ਸੀ, ਧਾਰਮਿਕ ਗ੍ਰੰਥ ਪੜ੍ਹਿਆ ਸੀ। ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਜੀ ਇਹ ਕੇਸ ਆਪ ਜੀ ਨੇ ਰਖਾਉਣੇ ਆਰੰਭ ਕੀਤੇ ਆ ਜਾਂ ਪਹਿਲੋਂ ਵੀ ਰੱਖੇ ਜਾਂਦੇ ਸਨ। ਤੇ ਸਤਿਗੁਰੂ ਸਾਹਿਬ ਜੀ ਨੇ ਉਹਨੂੰ ਆਖਿਆ ਵੀ ਤੈਨੂੰ ਵੀ ਇਹ ਗੱਲ ਦੱਸਣ ਦੀ ਲੋੜ ਵੀ ਤੂੰ ਤਾਂ ਬਹੁਤ ਪੜ੍ਹਿਆ ਹੋਇਆ ਹੈ, ਤੂੰ ਤਾਂ ਸ਼ਾਸਤਰ ਪੜ੍ਹੇ ਹੋਏ ਹਨ, ਇਸ ਕਰਕੇ ਤੈਨੂੰ ਕੋਈ ਸਿੱਖਿਆ, ਕੋਈ ਸਾਖੀ, ਕੋਈ ਗ੍ਰੰਥਾਂ ਵਿੱਚੋਂ ਮਿਲੀ ਨਹੀਂ ਕੇਸਾਂ ਦੀ ਮਹੱਤਤਾ ਵਾਲੀ। ਮਹਾਰਾਜ ਸਾਹਿਬ ਜੀ ਨੇ ਆਖਿਆ ਕੇਸ ਤਾਂ ਬ੍ਰਹਮਾ ਨੇ ਵੀ ਰੱਖੇ, ਕੇਸ ਤਾਂ ਉਹਦੇ ਪੁੱਤਰਾਂ ਨੇ ਵੀ ਰੱਖੇ ਹਨ ਔਰ ਕੇਸ ਤਾਂ ਰਿਸ਼ੀਆਂ ਮੁਨੀਆਂ ਨੇ, ਅਵਤਾਰਾਂ ਨੇ, ਸਭ ਨੇ ਰੱਖੇ। ਫਿਰ ਕਹਿਣ ਲੱਗਾ ਜੀ ਹੁਣ ਤਾਂ ਉਹ ਪਿਛਲਾ ਸਮਾਂ ਸੀ ਜਦੋਂ ਸਾਰੇ ਰੱਖਦੇ ਸੀ, ਹੁਣ ਤਾਂ ਉਹ ਸਮਾਂ ਹੀ ਨਹੀਂ। ਮਹਾਰਾਜ ਕਹਿੰਦੇ ਨਹੀਂ ਸਮੇਂ ਨੂੰ ਕੀ ਹੋਇਆ, ਸਮਾਂ ਕੀ ਕਹਿੰਦਾ, ਉਹੋ ਹੀ ਹਵਾ ਹੈ, ਉਹੀ ਪਾਣੀ ਹੈ, ਉਹੀ ਧਰਤੀ ਹੈ, ਉਹੀ ਆਕਾਸ਼ ਹੈ, ਉਹੀ ਅਗਨੀ ਹੈ, ਸਭ ਕੁਝ ਉਹੀ ਹੈ। ਸਮੇਂ ਨੂੰ ਦੋਸ਼ ਕੀ ਦਿੰਦੇ ਹੋ। ਫਿਰ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਕਿ ਇਨਸਾਨ ਆਪ ਕੇਸ ਨਹੀਂ ਰੱਖਣਾ ਚਾਹੁੰਦਾ, ਆਪ ਕੇਸ ਕਟਾ ਦਿੰਦਾ, ਕੇਸਾਂ ਦੀ ਬੇਅਦਬੀ ਕਰਦਾ ਤੇ ਦੋਸ਼ ਸਮੇਂ ਤੇ ਦਿੰਦਾ। ਫਿਰ ਇਹਨੇ ਆਖਿਆ ਮਹਾਰਾਜ ਵੀ ਇਹ ਵੇਖੋ ਹੁਣ ਦੋਵਾਂ ਪਾਸੇ ਹੀ, ਹਿੰਦੂ ਧਰਮ ਦੇ ਵਿੱਚ ਵੀ ਤੇ ਮੁਸਲਮਾਨ ਧਰਮ ਵਿੱਚ ਵੀ ਕੇਸ ਕਟਾਏ ਜਾਂਦੇ। ਸਤਿਗੁਰੂ ਕਹਿਣ ਲੱਗੇ ਵੀ ਇਹੀ ਗੱਲ ਅੱਗੇ ਅਸੀਂ ਯਾਰ ਮੁਹੰਮਦ ਨੂੰ ਸੁਣਾਈ ਸੀ, ਜਿਹੜਾ ਹੁਸੈਨ ਨੇ ਭੇਜਿਆ ਸੀ ਸਾਡੇ ਪਾਸ। ਉਹਨੇ ਵੀ ਸਾਥੋਂ ਪੁੱਛਿਆ ਸੀ, ਉਹੀ ਗੱਲ ਮਾਰੇ ਕਹਿੰਦੇ ਵੀ ਸਿੱਖਿਆ ਤੈਨੂੰ ਸੁਣਾਉਣੇ ਆ ਵੀ ਜਿਸ ਪ੍ਰਕਾਰ ਮੁਸਲਮਾਨਾਂ ਦੇ ਵਿੱਚ ਇਹ ਕੇਸ ਕਟਾਉਣ ਦੀ ਖੋਟੀ ਰੀਤ ਚੱਲੀ ਹੈ, ਕੇਸਾਂ ਦੀ ਬੇਅਦਬੀ। ਸਤਿਗੁਰੂ ਕਹਿਣ ਲੱਗੇ ਵੀ ਉਹਨਾਂ ਦਾ ਪੈਗੰਬਰ ਹੋਇਆ ਹੈ ਇਬਰਾਹੀਮ, ਇਸਲਾਮ ਦਾ, ਤੇ ਵਿਆਹਿਆ ਹੋਇਆ ਸੀ ਪੈਗੰਬਰ ਇਬਰਾਹੀਮ, ਵਿਆਹਿਆ ਹੋਇਆ ਸੀ। ਆ ਚਲਾ ਦੋ, ਆ ਜਿਹੜਾ ਬੰਦਾ ਨਿੱਕਾ, ਉਹ ਦੂਸਰੀ ਇਸਤਰੀ ਦੇ ਉੱਤੇ ਮੋਹਿਤ ਹੋਇਆ ਤੇ ਉਸਨੇ ਉਹਨੂੰ ਆਖਿਆ ਵੀ ਮੇਰੇ ਨਾਲ ਨਿਕਾਹ ਕਰਾ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੱਸਣ ਲੱਗੇ, ਕਹਿਣ ਲੱਗੇ ਵੀ ਉਸ ਇਸਤਰੀ ਨੇ ਆਖਿਆ ਵੀ ਤੂੰ ਤਾਂ ਪੈਗੰਬਰ ਸਾਹਿਬ ਪਹਿਲਾਂ ਹੀ ਵਿਆਹਿਆ ਹੋਇਆ ਹੈ, ਤੇਰਾ ਨਿਕਾਹ ਹੋਇਆ ਹੈ, ਪਹਿਲਾਂ ਉਸ ਨੂੰ ਤਲਾਕ ਦੇ ਤੇ ਫਿਰ ਮੈਂ ਤੇਰੇ ਨਾਲ ਨਿਕਾਹ ਕਰਾਵਾਂਗੀ। ਉਹਨੇ ਤਲਾਕ ਦੇ ਦਿੱਤਾ, ਉਹਨੂੰ ਛੱਡ ਦਿੱਤਾ ਤੇ ਉਸ ਇਸਤਰੀ ਦੇ ਨਾਲ ਨਿਕਾਹ ਕਰਾ ਲਿਆ ਤੇ ਕਈ ਸਾਲ ਲੰਘ ਗਏ। ਜਦੋਂ ਕਈ ਸਾਲ ਲੰਘ ਗਏ ਤੇ ਫਿਰ ਉਹ ਪਹਿਲੇ ਇਸਤਰੀ ਨੂੰ ਬੁਲਾ ਕਰਕੇ ਉਹਦੇ ਨਾਲ ਸੰਬੰਧ ਬਣਾਇਆ। ਫਿਰ ਉਸ ਇਸਤਰੀ ਨੇ ਉਹਨੂੰ ਆਖਿਆ ਵੀ ਪੈਗੰਬਰ ਸਾਹਿਬ ਜਿਹੜਾ ਸ਼ਰ੍ਹਾ ਕਰਕੇ ਉਹਨੂੰ ਤੋੜ ਦਵੇ ਤੇ ਉਸ ਆਦਮੀ ਦੇ ਤਾਈਂ ਕੀ ਸਜ਼ਾ ਮਿਲਣੀ ਚਾਹੀਦੀ ਹੈ, ਉਸ ਨੂੰ ਕੀ ਸਜ਼ਾ ਹੋਣੀ ਚਾਹੀਦੀ। ਆਖਿਆ ਜੀ ਉਹਨੂੰ ਸਜ਼ਾ ਹੋਣੀ ਚਾਹੀਦੀ ਜ਼ਰੂਰ, ਜਿੰਨਾ ਚਿਰ ਸਜ਼ਾ ਨਹੀਂ ਹੁੰਦੀ ਹੈ ਉਹਨਾਂ ਚਿਰ ਉਹ ਅਪਵਿੱਤਰ ਰਹਿੰਦਾ ਹੈ, ਪਵਿੱਤਰ ਨਹੀਂ ਹੁੰਦਾ। ਤੇ ਉਹ ਇਸਤਰੀ ਨੇ ਆਖਿਆ ਪੈਗੰਬਰ ਸਾਹਿਬ ਇਸ ਕਰਕੇ ਸ਼ਰ੍ਹਾ ਤੋੜੀ ਆ ਤੁਸੀਂ, ਕਿਉਂਕਿ ਤੁਸੀਂ ਉਹ ਪਹਿਲਾਂ ਇਸਤਰੀ ਨੂੰ ਛੱਡਿਆ ਸੀ ਤੇ ਫਿਰ ਉਸ ਨੂੰ ਬੁਲਾ ਕਰਕੇ ਉਹਦੇ ਨਾਲ ਤੁਸੀਂ ਸੰਬੰਧ ਕੀਤਾ ਹੈ, ਇਸ ਕਰਕੇ ਤੁਹਾਨੂੰ ਸਜ਼ਾ ਮਿਲਣੀ ਚਾਹੀਦੀ, ਹੁਣ ਤੁਸੀਂ ਸਜ਼ਾ ਲਓ। ਉਹਨੇ ਕਿਹਾ ਵੀ ਹਾਂ ਜ਼ਰੂਰ ਮੈਂ ਸਜ਼ਾ ਲੈਣ ਵਾਸਤੇ ਤਿਆਰ ਹਾਂ, ਤੁਸੀਂ ਦੱਸੋ ਜਿਹੜੀ ਵੀ ਸਜ਼ਾ ਤੂੰ ਕਹਿੰਦੀ ਹੈ ਮੈਂ ਉਹ ਸਜ਼ਾ ਭੁਗਤਾਂਗਾ। ਕਿਉਂਕਿ ਪੈਗੰਬਰ ਸਾਹਿਬ ਬਹੁਤੇ ਹੀ ਮੋਹਤ ਸੀ। ਤੇ ਫਿਰ ਇਸਤਰੀ ਨੇ ਆਖਿਆ ਵੀ ਤੇਰਾ ਜਿਹੜਾ ਜਿਹੜਾ ਅੰਗ ਲੱਗਾ ਹੈ ਨਾ ਉਸ ਇਸਤਰੀ ਦੇ ਨਾਲ ਉਹ ਅੰਗ ਕੱਟਿਆ ਜਾਵੇਗਾ। ਇਹ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਦੱਸੇ, ਕਿਉਂਕਿ ਜਿਹੜੀਆਂ ਸੰਗਤਾਂ ਰੋਜ਼ ਆਉਂਦੀਆਂ ਉਹਨਾਂ ਨੇ ਤਾਂ ਇਹ ਕੱਲ ਪ੍ਰਸੰਗ ਸੁਣਿਆ ਹੀ ਹੈ, ਇਸ ਕਰਕੇ ਜੋ ਸੰਗਤਾਂ ਨਵੀਆਂ ਆ ਰਹੀਆਂ ਉਹਨਾਂ ਦੇ ਵਾਸਤੇ ਇਹ ਬੇਨਤੀ ਕਰਨੀ ਵੀ ਜ਼ਰੂਰੀ ਹੈ। ਪਿੱਛੋਂ ਥੋੜਾ ਜਿਹਾ ਪ੍ਰਸੰਗ ਤਾਂ ਫਿਰ ਉਹ ਪੈਗੰਬਰ ਸਾਹਿਬ ਨੇ ਆਖਿਆ ਵੀ ਮੈਂ ਜਿਉਂਦਾ ਵੀ ਰਵਾਂ ਤੇ ਆਪਾਂ ਦੋਵੇਂ ਸੁੱਖ ਦੇ ਸਹਿਤ ਰਹੀਏ, ਤੂੰ ਸਜ਼ਾ ਵੀ ਦੇ ਦੇ, ਤੇਰੀ ਮੈਂ ਸਜ਼ਾ ਵੀ ਭੁਗਤ ਲਵਾਂ ਤੇ ਨਾਲੇ ਮੈਂ ਜਿਉਂਦਾ ਵੀ ਰਹਿ ਜਾਵਾਂ। ਉਹਨੇ ਕਿਹਾ ਵੀ ਇੱਕ ਤਾਂ ਤੇਰੇ ਹੱਥ ਲੱਗੇ, ਹੱਥ ਕੱਟਣੇ ਚਾਹੀਦੇ।
पर हुण हथ नहीं कटदे, इस करके कुड़ते दीआं बाहां कट दिंदे, वो कट दिते। ते मूँह लगा है ते मूँह कटना सी, इस करके मूँह की थां दे उत्ते हुण तेरियां मुछां कट दिंदे। पैगंबर दीआं मुछां कट दित्तियां, इब्राहीम दीआं। उन्हें कहा इंद्री लगी है, इंद्री कटनी चाहिए, इस करके सारी नहीं कटदे ते सुन्नत कर देने। उत्थों फिर सुन्नत चली है भी थोड़ी जी कट देने। इसे तरीके दे नाल फिर आख्या सिर दा जूड़ा तेरा कट देने। वो सिर दा जूड़ा कट दिता पैगंबर इब्राहीम दा, ते मुछां कट दित्तियां, ते कुड़ते दीआं बाहां कट दित्तियां, सुन्नत कट कर दित्ती। इत्थों सुन्नत दा चलिया रीति रिवाज। कलगीधर पातशाह दसदे, धन श्री गुरु गोबिंद सिंह साहब जी महाराज। तां इत्थों साध संगत जी अगे जिवें लड़ीवार प्रसंग चलदा है। फिर पैगंबर हो गया घोना मोना, वो घर वाली दे आखे लग के, जिहदे ते मोहत होया सी, जिहदे नाल निकाह कराया सी, ओहदी गल मन के ये सारा कुछ कर दिता। क्योंकि बंदा काम दे अधीन धर्म छड्ड के की कुछ कर दिंदा। ते काम ने इन्ने स्वर्ग दे देवते भी नहीं छड्डे। महाराज ने आख्या ना धुरकी बाणी विच, गौतम तपा अहलिया इस्त्री तिस देख इंद्र लुभाया, सहस शरीर चिहन पग हुए ता मन पछोताया। ये तो इंद्र देवता भी मोहत हो गया, काम ने अपने वस विच कर लिया, फिर उन्होंने पछताउणा पिया। तो उतों जो फिर पैगंबर साहब होनी इस तरीके दे हो गए, ਜਿਹੜੇ चेले सी ਜਿਹੜੇ मनण वाले सी, उन्होंने आख्या भी पैगंबर साडा घोना मोना हो गया। तो पैगंबर साहब ने आख्या भी मैनू खुदा का इल्हाम होया, खुदा ने आख्या भी हुण इस तरह की रीत चलाओ भी सिर के केस कटा दिओ, मुछां कटा दिओ, सुन्नत करा लवो। वो कराया तो सी सब कुछ घर वाली दे आखे लग के। फिर लोकां नूं की दसना सी, लोगों को आख्या नहीं खुदा ने आख्या, इस करके खुदा की आग्या हुण इस तरह करो। तो फिर इस तरह रीत चल पई इस्लाम दे विच। धन श्री गुरु गोबिंद सिंह महाराज साहब कहते भी इस तरह भाई ये इस्लाम दे विच मुसलमानां दे विच केसां की बेअदबी करन दी रीत इंज चली है। इत्थों अगे जिवें लड़ीवार गाथा आउंदी, सरदा भावना सहित सरवण करिए, उचारण करो जी। सतनाम श्री वाहिगुरु साहिब जी। धन श्री गुरु गोबिंद सिंह महाराज जी यार मुहम्मद नूं ये सिक्ख्या देंदियां होइयां ते नौनिध नाम दे उस खतरी नूं समझाउंदियां होइयां कह रहे आ भी इस तरह तुरकां दे विच मुसलमानां दे विच केस कटाउण दी ये कुछ ही रीति चली। पर जिहड़ी पूर्वली मर्यादा सी ना, पहलों सारे साबत सूरत ही हुंदे सी, वो सारी इन्हां ने मर्यादा जिहड़ी वो मेट दित्ती। धन श्री गुरु नानक देव साहब महाराज साहब जी जिस वेले मक्के गए, मक्का शहर है ते उहदे विच साध संगत जी काबा नाम दा मंदिर है, मुसलमानां दा पूजनीक स्थान। जिस वेले मक्के गए उत्थे भी गोष्ठी होई ते उन्हां ने आख्या जी साडे तां सुन्नत दी मर्यादा है। ते सतगुरु जी ने आख्या असल विच जिहड़ी सुन्नत है ना, वो केसां नूं संभाल के रखना, केसां दी सांभ करनी, यही असल सुन्नत है। केसां नूं संभालना चाहिदा। गरीब नवाज साहब जी दे बचन हन, सच्ची सुन्नत रब दी मूए लै आया नाल। ये जन्म साखी विच बोल आउंदे आ। मूए कहिंदे आ फारसी दे विच केसां नूं, केसां नूं मूए कहिंदे हन। महाराज साहब कहिंदे सच्ची सुन्नत रब दी मूए लै आया नाल, जो रखे मूए अमानती सो खासा बंदा घाल। जिहड़ा इन्हां केसां दी सांभ संभाल रखदा है, वो खुदा दा खास बंदा है। इस करके भाई यही सच्ची सुन्नत है। तो उस वेले फिर महाराज साहब ने ऐसे बचन भी कहे सी कि साबत सूरत रब बनाई, बेईमान ने भन गवाई। साबत सूरत रब दी भन्ने बेईमान, दरगह ढोई ना लह काफर कुत्ता शैतान। ये सारे बोल इस तरह के जगत गुरु जी के सिੱਖਿਆਦਾਇਕ बचन जन्म साखी विच आउंदे है। ते महाराज साहब जी के बचन मन के उच्च नगर के जिहड़े पीर सी, उन्हां ने फिर ये बचन भी मन्निया सी महाराज का। उन्हें आख्या सी महाराज असीं नहीं अज तो बाद केस कटावांगे। और उन्होंने जपजी साहब के पाठ भी वो पढ़िया करते उच्च दे पीर।
ਤੋ ਇਸ ਤਰੀਕੇ ਨਾਲ ਕਲਗੀਧਰ ਪਾਤਸ਼ਾਹ ਦੱਸ ਰਹੇ ਹਨ ਵੀ ਇਹਨਾਂ ਨੇ ਪੂਰਬਲੀ ਪਹਿਲਾਂ ਤੇ ਸਾਰੇ ਜਿੰਨੇ ਪੈਗੰਬਰ ਸੀ ਸਾਰੇ ਇਸਲਾਮ ਦੇ ਵਿੱਚ ਕੇਸਾਧਾਰੀ ਹੋਇਆ ਕਰਦੇ ਸੀ। ਉੱਥੋਂ ਫਿਰ ਇਹਨਾਂ ਨੇ ਕੇਸ ਕਟਾਉਣੇ ਆਰੰਭ ਕੀਤੇ, ਸ਼ੁਰੂ ਕੀਤੇ। ਇਹ ਕੁਝ ਹੀ ਰੀਤੀ ਜਿਹੜੀ ਚੱਲ ਪਈ। ਮਹਾਰਾਜ ਕਹਿੰਦੇ ਵੀ ਹੁਣ ਨੌ ਨਿੱਦੇ ਸਨਾਤਨ ਧਰਮ ਵਾਲਿਆਂ ਦੀ ਵੀ ਕਹਾਣੀ ਸੁਣ, ਹੁਣ ਹਿੰਦੂਆਂ ਦੀ ਗਾਥਾ ਵੀ ਸੁਣ। ਮਹਾਰਾਜ ਕਹਿੰਦੇ ਇੱਥੇ ਇਸ ਦੇਸ਼ ਦੇ ਵਿੱਚ ਇੱਕ ਪਰਸਰਾਮ ਰਾਮ ਦਾ ਬਲਖਾਨੀ ਪਰਸਰਾਮ ਹੋਇਆ ਹੈ, ਜਿਹੜਾ ਬਹੁਤਾ ਹੀ ਬਲ ਵਾਲਾ ਸੀ। ਪਰਸਰਾਮ ਜਿਸ ਨੂੰ ਕੁਹਾੜੇ ਵਾਲਾ ਪਰਸਰਾਮ ਕਿਹਾ ਜਾਂਦਾ। ਇਹ ਸਾਧ ਸੰਗਤ ਜੀ ਇਹ ਜਮਦਗਨੀ ਰਿਖੀ ਦਾ ਪੁੱਤਰ ਹੋਇਆ ਹੈ ਪਰਸਰਾਮ। ਜਮਦਗਨੀ ਰਿਖੀ ਤੇ ਸਹੰਸਰ ਬਾਹੂ ਇਹ ਆਪਸ ਵਿੱਚ ਰਿਸ਼ਤੇਦਾਰ ਸੀ, ਸਾਂਢੂ ਸਾਂਢੂ ਸੀਗੇ। ਜਮਦਗਨੀ ਰਿਖੀ ਤੇ ਸਹੰਸਰ ਬਾਹੂ। ਤੇ ਜਿਹੜਾ ਜਮਦਗਨੀ ਰਿਖੀ ਆ ਉਹ ਤਪਸਵੀ ਸੀਗਾ, ਸਿਮਰਨ ਕਰਨ ਵਾਲਾ ਰਿਖੀ। ਤੇ ਜਿਹੜਾ ਸਹੰਸਰ ਬਾਹੂ ਇਹ ਰਾਜਾ ਸੀ। ਤੇ ਇੱਕ ਵਾਰੀ ਜਮਦਗਨੀ ਰਿਖੀ ਦੇ ਘਰ ਵਾਲੀ ਆਪਣੀ ਭੈਣ ਨੂੰ ਮਿਲਣ ਵਾਸਤੇ ਗਈ। ਸਹੰਸਰ ਬਾਹੂ ਦੇ ਘਰ ਵਿੱਚ ਜਿਸ ਵੇਲੇ ਗਈ ਤੇ ਸਹੰਸਰ ਬਾਹੂ ਰਾਜੇ ਨੇ ਤਾਨਾ ਜਿਹਾ ਮਾਰਿਆ, ਕਹਿਣ ਲੱਗਾ ਵੀ ਇਹ ਰਿਖੀ ਲੋਕ, ਇਹਨੇ ਕਿਹੜਾ ਸਾਨੂੰ ਕਿਤੇ ਨਿਉਂਦਰਾ ਦੇ ਦੇਣਾ, ਕੋਈ ਸੱਦਾ ਪੱਤਰ ਦੇ ਕੇ ਤੇ ਸਾਡੀਆਂ ਫੌਜਾਂ ਨੂੰ ਕੋਈ ਪ੍ਰਸ਼ਾਦਾ ਪਾਣੀ ਛਕਾ ਦੇਣਾ। ਜਿਸ ਵੇਲੇ ਉਹ ਮਿਲ ਕੇ ਘਰੇ ਆਈ ਨਾ ਤੇ ਆ ਕੇ ਤੇ ਆਪਣੀ ਘਰ ਵਾਲੇ ਨੂੰ ਬੇਨਤੀ ਕੀਤੀ ਵੀ ਤੇਰੇ ਸਾਂਢੂ ਨੇ ਆਹ ਗੱਲ ਆਖੀ ਹੈ ਵੀ ਇਹ ਇੰਨੀ ਜੋਗੇ ਨਹੀਂ ਹੈਗੇ ਵੀ ਸਾਨੂੰ ਸੱਦ ਕਰਕੇ ਕੋਈ ਸਾਡੀ ਸੇਵਾ ਕਰ ਸਕਣ ਸਾਡੀਆਂ ਫੌਜਾਂ ਨੇ। ਉਹਨੇ ਕਿਹਾ ਵੀ ਕੋਈ ਗੱਲ ਨਹੀਂ ਜੇ ਕਹਿ ਦਿੱਤੀ ਤੇ, ਪਰ ਉਹ ਕਹਿੰਦੀ ਨਹੀਂ, ਹੁਣ ਇਹ ਆਪਾਂ ਜ਼ਰੂਰ ਕਰਨਾ। ਇੱਕ ਵਾਰੀ ਸਹੰਸਰ ਬਾਹੂ ਦੀਆਂ ਸਾਰੀਆਂ ਫੌਜਾਂ ਸੱਦ ਕੇ ਤੇ ਉਹਨਾਂ ਨੂੰ ਲੰਗਰ ਜ਼ਰੂਰ ਛਕਾਉਣਾ, ਰੋਟੀ ਪਾਣੀ ਖਵਾਉਣਾ ਉਹਨਾਂ ਨੂੰ। ਉਹ ਰਿਖੀ ਨੇ ਆਖਿਆ ਵੀ ਆਪਾਂ ਸਿਮਰਨ ਕਰਨ ਵਾਲੇ ਬੰਦੇ ਆ, ਛੱਡ ਖਹਿੜਾ ਵੀ ਆਪਾਂ ਕੀ ਲੈਣਾ ਇਸ ਵਡਿਆਈ ਚੋਂ, ਇਸ ਕਰਕੇ ਤੂੰ ਸਿਮਰਨ ਕਰ, ਬੰਦਗੀ ਕਰ। ਉਹਨੇ ਕਿਹਾ ਨਹੀਂ, ਇੱਕ ਵਾਰੀ ਉਹਨੇ ਤਾਨਾ ਮਾਰਿਆ ਵਾ ਤੇ ਉਹਦਾ ਮਿਹਣਾ ਲਾਉਣਾ ਵਾ, ਕਿਵੇਂ ਮਰਜ਼ੀ ਯਤਨ ਕਰ। ਉਹਨੇ ਕਿਹਾ ਵੀ ਆਪਣੇ ਕੋਲ ਇੰਨਾ ਕੁਝ ਕਿੱਥੇ ਆ ਵੀ ਇੰਨੀ ਫੌਜ ਨੂੰ ਆਪਾਂ ਲੰਗਰ ਛਕਾ ਸਕੀਏ। ਉਹਨੇ ਕਿਹਾ ਵੀ ਨਹੀਂ, ਜਿਵੇਂ ਮਰਜ਼ੀ ਰਿਖੀ ਜੀ ਕਰੋ, ਪਤੀ ਜੀ ਕਰੋ, ਪਰ ਇੱਕ ਵਾਰੀ ਆਪਾਂ ਜ਼ਰੂਰ ਫੌਜਾਂ ਸਾਰੀਆਂ ਸੱਦ ਕੇ ਤੇ ਉਹ ਸੇਵਾ ਕਰਨੀ। ਉਹਨੇ ਕਿਹਾ ਠੀਕ ਆ, ਫਿਰ ਜਾ ਕਹੇ ਆ ਜਿਹੜੇ ਦਿਨ ਮਰਜ਼ੀ ਸੱਦ ਲਾ। ਰਿਖੀ ਸੀ, ਤਪਸਵੀ ਸੀ, ਰਿੱਧੀਆਂ ਸਿੱਧੀਆਂ ਕੋਲੇ ਸੀ। ਉਹ ਸਾਰੀਆਂ ਫੌਜਾਂ ਸਮੇਤ ਸਾਂਢੂ ਨੂੰ ਨਿਉਂਦਰਾ ਦੇ ਦਿੱਤਾ ਵੀ ਆਓ ਜੀ ਤੁਹਾਡੀ ਸੇਵਾ ਕਰਨੀ ਆ, ਭੰਡਾਰਾ ਕਰਨਾ ਤੇ ਆਓ ਛਕੋ। ਸਹੰਸਰ ਬਾਹੂ ਫੌਜਾਂ ਲੈ ਕੇ ਆ ਗਿਆ, ਪੰਗਤਾਂ ਲੱਗ ਗਈਆਂ। ਜਮਦਗਨੀ ਰਿਖੀ ਤਪਸਵੀ ਸੀ, ਉਹਨੇ ਦੇਵਤਿਆਂ ਦੇ ਕੋਲੋਂ ਕਾਮ ਧੇਣ ਗਊ ਮੰਗਵਾਈ, ਆਪਣੀ ਕੁਟੀਆ ਦੇ ਵਿੱਚ ਰੱਖੀ। ਸਾਰੇ ਪਦਾਰਥ ਉਹਦੇ ਤੋਂ ਲੈ ਤੇ ਸੋਨੇ ਦੀਆਂ ਥਾਲੀਆਂ ਲਈਆਂ। ਕਹਿੰਦੇ ਵੀ ਉਹ ਫਿਰ ਨਾ ਸੋਨੇ ਦੀਆਂ ਥਾਲੀਆਂ ਦੇ ਵਿੱਚ ਸਹੰਸਰ ਬਾਹੂ ਦੀ ਸਾਰੀ ਫੌਜ ਨੂੰ ਰੋਟੀ ਖਵਾਈ। ਤੇ ਉਹ ਸਹੰਸਰ ਬਾਹੂ ਜਿਹੜਾ ਵੇਖ ਕੇ ਹੈਰਾਨ ਹੋ ਗਿਆ ਵੀ ਇਹ ਗਰੀਬ ਜਿਹਾ ਸਾਂਢੂ ਮੇਰਾ ਜਮਦਗਨੀ ਰਿਖੀ, ਤੇ ਇਹਨੇ ਇੰਨੇ ਪਦਾਰਥ ਛਕਾਏ ਆ ਸਾਰੀਆਂ ਫੌਜਾਂ ਨੂੰ, ਤੇ ਏਡੇ ਸੋਨੇ ਦੇ ਭਾਂਡੇ, ਇਹਨੇ ਇੰਨਾ ਕੁਝ ਕਿੱਥੋਂ ਲੈ ਆਂਦਾ। ਉਹ ਜਦੋਂ ਜਾ ਕੇ ਕੁਟੀਆ 'ਚ ਵੇਖਿਆ ਤੇ ਉੱਥੇ ਕਾਮ ਧੇਣ ਗਊ ਹੈ, ਸਵਰਗ ਦੀ ਕਾਂ। ਉਹ ਕਹਿਣ ਲੱਗਾ ਵੀ ਰਿਖੀ ਤੂੰ ਤਾਂ ਤਪਸਵੀ ਆ ਤੇ ਮੇਰੇ ਕੋਲ ਇੰਨੀਆਂ ਫੌਜਾਂ ਵਾ, ਤੇ ਆ ਗਾਂ ਮੈਨੂੰ ਦੇ ਦੇ, ਇਹ ਮੈਂ ਲੈ ਜਾਵਾਂ। ਉਹਨੇ ਕਿਹਾ ਨਹੀਂ ਸਾਂਢੂ ਸਾਹਿਬ, ਵੀ ਇਹ ਦੇਵਤਿਆਂ ਤੋਂ ਉਧਾਰੀ ਮੰਗੀ ਆ ਸਿਰਫ ਇੱਕ ਦਿਨ ਵਾਸਤੇ, ਇਹ ਵਾਪਸ ਭੇਜਣੀ ਆ ਫੇਰ, ਤੇ ਇਹ ਐਵੇਂ ਨਹੀਂ ਮਿਲਦੀ, ਇਹਦੇ ਵਾਸਤੇ ਤਪੱਸਿਆ ਕਰਨੀ ਪੈਂਦੀ ਆ, ਆਰਾਧਨਾ ਕਰਨੀ ਪੈਂਦੀ ਆ, ਤੇ ਫਿਰ ਇਹ ਰਿਖੀਆਂ ਕੋਲੇ ਹੀ ਆਉਂਦੀ ਆ, ਇਹ ਨਹੀਂ ਬਿਹਾਰੀ ਸਾਰੀ ਨੂੰ ਇਹ ਦਿੱਤੀ ਜਾ ਸਕੇ। ਉਹ ਗੁੱਸੇ ਹੋ ਗਿਆ ਤੇ ਇਹਨੇ ਉਡਾ ਦਿੱਤੀ ਗਾਂ, ਉਹ ਸਵਰਗ ਨੂੰ ਜਾਣ ਲੱਗੀ। ਉਹ ਤੀਰ ਮਾਰਦਾ ਵਾ, ਕਹਿੰਦੇ ਜਦੋਂ ਜਾਂਦੀ ਤੇ ਤੀਰ ਵੱਜੇ ਨਾ ਪੈਰਾਂ ਵਿੱਚ, ਜਿੱਥੇ ਜਿੱਥੇ ਉਹ ਖੂਨ ਦੀਆਂ ਬੂੰਦਾਂ ਡਿੱਗੀਆਂ, ਉੱਥੇ ਉੱਥੇ ਕਹਿੰਦੇ ਫਿਰ ਤੰਬਾਕੂ ਪੈਦਾ ਹੋ ਗਿਆ। ਐਸਾ ਲਿਖਿਆ ਹੈ। ਸ੍ਰੀਮਾਨ
संत ज्ञानी करतार सिंह जी खालसा भिंडरा वाले महापुरखा ने खालसा जीवन दे विच भी ये वचन लिखे, होर भी इतिहास के ग्रंथों में आउंदे। कहंदे ओ गां दे खुरा च तीर जदों मारे सहंसर बाहू ने, जिथे जिथे फिर वो खून दियां बूंदां डिगदियां गईयां, उत्थे एक बूटी पैदा हुंदी गई ते कहंदे जिस बूटे नूं खाण दे नाल सब जप तप नाश हो जांदा, वो आ तंबाकू। तां ओ गां चले गए ते सहंसर बाहू गुस्से विच आया ते सहंसर बाहू ने फिर जमदग्नि रिखी नूं मार दिता, अपने सांढू दा कतल कर दिता। जदों कतल कर दिता ते जिहड़ी घर वाली सी जमदग्नि रिखी दे, वो फिर रोई। उन्हें 21 वारी दुहत्थड़ मारे अपने शरीर दे उत्ते, 21 वारी दोवें हथ चुक चुक के 7 वारी अपने लत्तां ते मारे ते 7 वारी अपने पेट ते छाती ते हथ मारे, 7 वारी अपने सिर विच मारे। जेड़ा उहदा पुत्तर सी ना, परसराम कुहाड़े वाला परसराम जमदग्नि रिखी दा पुत्तर, ये जंगल विच बैठा होया तपस्या करदा सी, जंगल विच बैठा तप करदा, आराधना करदा। उथों अपनी माता दा रोना सुन के आउंदा, जदों आके वेखदा उन्हें आख्या भी सहंसर बाहू राजे ने तेरे पिता नूं मार दिता, आ गल होई। ते आख्या मां तू अपने शरीर नूं किन्नी वारी कुटिया वा, दुख दिता, तू 21 वारी अपने शरीर दे उत्ते दुहत्थड़ मारे रोंदी होई ने। इस करके मैं प्रण करदा वां भी 21 वारी मैं छतरियां दा नाश करांगा, 21 वारी छतरियां नूं मार करके ते उन्हां दे खून दे विच मैं नहावांगा। तो इस तरीके दे नाल वो जिहड़ा परसराम होया ना, उहदा जिक्र करदे इत्थे कलगीधर पातशाह दसदे आ, कहंदे होयो परसराम बलखानी, बल वाला बहुते बल वाला जिहड़ा है वो परसराम होया है। तां जिस दे नाल छतरी युद्ध करदे करदे सारे हार गए, कुहाड़े नाल मारदा सी, मार मार के ते फिर कहंदे भी उन्हां दे खून दे विच नहाउंदा सी ते 21 वारी उन्हें धरती तो खत्तरियां नूं मारिया। इस तरीके दे नाल ब्राह्मणां नूं राज दिंदा सी। फिर कहंदे जदों छतरी वड्डे हो जांदे फिर ब्राह्मणां कोलों राज खोह लैंदे सी। इस तरीके दे नाल उसने ये युद्ध कर करके छतरियां नूं मारिया। ਜਿਹੜੇ ਵੱਡੇ ਸੀ ਉਹਨਾਂ ਨੂੰ ਮਾਰ ਦਿੰਦਾ ਸੀ, ਜਿਹੜੇ ਛੋਟੇ ਸੀ ਉਹਨਾਂ ਨੂੰ ਮਾਰਦਾ ਨਹੀਂ ਸੀ, ਉਹਨਾਂ ਨੂੰ ਫੜ ਕੇ ਉਹਨਾਂ ਦੇ ਕੇਸ ਮੁੰਨ ਦਿੰਦਾ ਸੀ। ਤੇ ਪਿਛਲੇ ਸਮੇਂ ਵਿੱਚ ਮਾਰਨ ਦੇ ਬਰਾਬਰ ਸਜ਼ਾ ਮੰਨੀ ਜਾਂਦੀ ਸੀ ਕੇਸ ਮੁੰਨਣੇ। ਜਿਹਨੂੰ ਮਾਰਨਾ ਹੁੰਦਾ ਸੀ ਵੀ ਇਹਨੂੰ ਮਾਰ ਗਏ ਨਾ ਤੇ ਮਾਰਨ ਦੀ ਸਜ਼ਾ ਦੇਣੀ, ਕਹਿੰਦੇ ਇਹਦਾ ਜੂੜਾ ਮੁੰਨ ਦੋ। ਇਹ ਮਾਰਨ ਦੇ ਬਰਾਬਰ ਹੀ ਹੋ ਗਿਆ, ਮੌਤ ਦੇ ਬਰਾਬਰ ਹੀ ਹੋ ਗਈ ਗੱਲ। ਤੇ ਸਿਰ ਨੰਗਾ ਵੀ ਜਿਹੜਾ ਸੀ ਵੀ ਇਹ ਵੀ ਮੌਤ ਦੇ ਬਰਾਬਰ ਗਿਣਿਆ ਜਾਂਦਾ ਸੀ। ਜਿਸ ਮਾਈ ਦਾ ਸਿਰ ਨੰਗਾ ਹੁੰਦਾ ਸੀ ਕਹਿੰਦੇ ਸੀ ਵੀ ਇਹਦਾ ਘਰ ਵਾਲਾ ਨਹੀਂ ਹੋਣਾ, ਇਹਦੇ ਸਿਰ ਤੋਂ ਉੱਤੋਂ ਇਹਦਾ ਸਿਰ ਨੰਗਾ ਹੋ ਗਿਆ। ਤੇ ਜੇ ਸੁਭਾਵਿਕ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵੀ ਜ਼ਿਕਰ ਆਇਆ ਵੀ ਕੋਈ ਖੂਹ ਤੇ ਨਹਾ ਕੇ ਆਇਆ ਤੇ ਉਹ ਆਪਣੀ ਪੱਗ ਉੱਥੇ ਭੁੱਲ ਆਇਆ ਤੇ ਨੰਗੇ ਸਿਰ ਘਰ ਵਿੱਚ ਆ ਗਿਆ ਤੇ ਘਰ ਦੇ ਸਾਰੇ ਟੱਬਰ ਹੀ ਰੋਣ ਲੱਗ ਪਏ, ਰੋਣ ਲੱਗ ਪਏ। ਉਹ ਬਾਅਦ ਵਿੱਚ ਪੁੱਛਣ ਪਛਾਉਣ ਤੋਂ ਕਹਿੰਦੇ ਵੀ ਉਹ ਪੱਗ ਤਾਂ ਉੱਥੇ ਉਤਰਾ ਹੀ ਭੁੱਲ ਆਇਆ ਵਾ, ਤੇ ਉਹ ਰੋਣ ਤਾਂ ਲੱਗ ਪਏ ਵੀ ਨੰਗੇ ਸਿਰ ਆਇਆ, ਕੋਈ ਮਰ ਗਿਆ ਹੋਣਾ। ਵੀ ਨੰਗਾ ਸਿਰ ਮਰਨ ਦੇ ਨਿਸ਼ਾਨੀ ਸੀਗੀ। ਹੁਣ ਤਾਂ ਸਾਰੀ ਦੁਨੀਆ ਹੀ ਨੰਗੇ ਸਿਰ ਤੁਰੀ ਫਿਰਦੀ, ਐਂ ਲੱਗਦਾ ਸਾਰੀ ਦੁਨੀਆ ਮਾਰੀ ਗਈ ਜਿਵੇਂ। ਹੁਣ ਤਾਂ ਗੁਰਦੁਆਰਿਆਂ ਦੇ ਬਾਰ-ਬਾਰ ਵੀ ਦੁਪੱਟੇ ਰੱਖਣੇ ਪੈਂਦੇ ਕਈਆਂ ਸਥਾਨਾਂ ਤੇ ਪਲਕਾਂ, ਵੈਸੇ ਪਲਕਾਂ ਗੁਰੂ ਮਹਾਰਾਜ ਦੀਆਂ ਤੇ ਨਹੀਂ ਉਹ ਥਾਂ ਤੇ ਰੱਖਣੀਆਂ ਚਾਹੀਦੀਆਂ। ਜਿਹੜੇ ਮਹਾਰਾਜ ਸਾਹਿਬ ਜੀ ਤੇ ਰਮਾਲੇ ਸਾਹਿਬ ਲੱਗੇ ਆ, ਪਲਕਾਂ ਲੱਗੀਆਂ, ਉਹ ਕਿਤੇ ਗੁਰੂ ਕੇ ਲੰਗਰ ਵਿੱਚ ਤਾਂ ਵਰਤੇ ਜਾਣ ਸਤਿਕਾਰ ਨਾਲ, ਪਰ ਉਹ ਸਿਰ ਢੱਕਣ ਵਾਸਤੇ ਮਹਾਰਾਜ ਦੀਆਂ ਪਲਕਾਂ ਤੇ ਨਹੀਂ ਚਾਹੀਦੀਆਂ। ਪਰ ਆਮ ਵੇਖਦੇ ਆਪਾਂ ਇਸ ਤਰ੍ਹਾਂ ਹੁੰਦਾ, ਬਾਹਰ ਕੱਪੜਾ ਰੱਖਿਆ ਜਾਂਦਾ ਵੀ ਬਾਹਰੋਂ ਨੰਗੇ ਸਿਰ ਹੀ ਤੁਰੇ ਆਉਂਦੇ ਆ ਤੇ ਉੱਥੋਂ ਲੈ ਕੇ ਕੱਪੜਾ ਸਿਰ ਢੱਕ ਕੇ ਮੱਥਾ ਟੇਕ ਕੇ ਫਿਰ ਜਾਂਦੇ ਆ, ਉੱਥੇ ਲਾ ਕੇ ਦਰਸ਼ਨੀ ਡਿਉੜੀ ਵੀ ਨਹੀਂ ਲੰਘਣੀ, ਪਹਿਲੋਂ ਹੀ ਨੰਗਾ ਸਿਰ ਕਰਕੇ ਲੰਘ ਜਾਣਾ। ਪਰ ਨੰਗਾ ਸਿਰ ਤਾਂ ਰੱਖਣਾ ਮੌਤ ਦੇ ਬਰਾਬਰ ਸਮਝਿਆ ਜਾਂਦਾ ਸੀ ਕਿਸੇ ਸਮੇਂ ਤੇ। ਇਹ ਨਹੀਂ ਵੀ ਇਕੱਲਾ ਧਾਰਮਿਕ ਸਥਾਨ ਤੇ ਆ ਕੇ ਸਿਰ ਕੱਜਣਾ ਵਾ, ਅੱਗੇ ਪਿੱਛੇ ਵੀ ਨਹੀਂ ਨੰਗਾ ਸਿਰ ਰਹਿਣਾ।
ਤਾਂ ਮਹਾਰਾਜ ਸਾਹਿਬ ਜੀ ਕਹਿੰਦੇ, ਕਲਗੀਧਰ ਪਾਤਸ਼ਾਹ ਦੱਸ ਰਹੇ ਆ ਵੀ ਇਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ, ਸਨਾਤਨ ਮਤ ਦੇ ਵਿੱਚ ਜੋ ਪਰਸਰਾਮ ਹੋਇਆ ਨਾ, ਉਸਨੇ ਫਿਰ 3 ਸਿਰ ਪਰ ਤੇ ਕੇਸ ਉਤਾਰੇ। ਵੱਡਿਆਂ ਨੂੰ ਮਾਰ ਦਿੰਦਾ ਸੀ, ਛੋਟੇ ਜਿਹੜੇ ਸੀ ਬੱਚੇ ਉਹਨਾਂ ਨੂੰ ਮਾਰਦਾ ਨਹੀਂ ਸੀ, ਉਹਨਾਂ ਦੇ ਸਿਰ ਮੁੰਨ ਦਿੰਦਾ ਸੀ। ਉਹਨਾਂ ਦੇ ਸਿਰ ਦੇ ਉੱਤੋਂ ਕੇਸ ਕਟਾ ਦਿੱਤੇ। ਤਾਂ ਇਸੇ ਤਰ੍ਹਾਂ ਫਿਰ ਨੰਦਨ ਨਾਮ ਦੇ ਰਾਜੇ ਹੋਏ ਆ ਸਾਧ ਸੰਗਤ। ਉਹ ਰਾਜੇ ਸੀ ਤੇ ਉਹਨਾਂ ਨੇ ਵੀ ਬ੍ਰਾਹਮਣਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਦੇ ਸਿਰ ਮੁੰਨੇ। ਉਹਨਾਂ ਕਿਉਂ ਮੁੰਨੇ? ਉਹਨਾਂ ਆਖਿਆ ਵੀ ਇਹ ਬ੍ਰਾਹਮਣ ਜਿਹੜੇ ਆ ਵਰਣੀਆਂ ਕਰਦੇ ਆ, ਇਹ ਹਵਨ ਕਰਦੇ, ਜਪ ਤਪ ਕਰਦੇ ਆ, ਤੇ ਸਾਡਾ ਰਾਜ ਭਾਗ ਐਸਾ ਨਾ ਹੋਵੇ ਵੀ ਦੂਸਰੇ ਕਿਸੇ ਦੀ ਵਰਣੀ ਕਰ ਦੇਣ ਤੇ ਉਹਨਾਂ ਦੇ ਨਾਂ ਦਾ ਇਹ ਜਪ ਤਪ ਕਰ ਦੇਣ, ਮੰਤਰ ਪੜ੍ਹ ਦੇਣ ਤੇ ਸਾਡਾ ਰਾਜ ਜਿਹੜਾ ਵਾ ਦੂਸਰੇ ਨੂੰ ਕਿਸੇ ਨੂੰ ਮਿਲ ਜਾਵੇ। ਇਸ ਕਰਕੇ ਬ੍ਰਾਹਮਣਾਂ ਦੇ ਮੰਤਰ ਨਾ ਪੁਰਨ, ਇਹਨਾਂ ਦੇ ਮੰਤਰ ਪੜ੍ਹੇ ਹੋਏ ਪੂਰੇ ਨਾ ਹੋਣ। ਕਿਵੇਂ ਹੋਣਾ ਚਾਹੀਦਾ? ਉਹਨਾਂ ਨੇ ਕਿਸੇ ਨੂੰ ਪੁੱਛਿਆ, ਕਿਸੇ ਨੇ ਦੱਸਿਆ ਵੀ ਜਿਹਦੇ ਸਿਰ ਦੇ ਉੱਤੇ ਕੇਸ ਨਾ ਹੋਣ ਉਹਦਾ ਮੰਤਰ ਪੜ੍ਹਿਆ ਨਹੀਂ ਫੁਰਦਾ, ਉਹਦਾ ਮੰਤਰ ਕੰਮ ਨਹੀਂ ਕਰਦਾ। ਕਹਿੰਦੇ ਉਹ ਨੰਦਨ ਕੇ ਰਾਜੇ ਜਿਹੜੇ ਹੋਏ ਨਾ, ਉਹਨਾਂ ਨੇ ਫਿਰ ਬ੍ਰਾਹਮਣਾਂ ਨੂੰ ਸੱਦ ਕੇ ਵੀ ਤੁਹਾਡੀ ਸੇਵਾ ਕਰਨੀ, ਤੇ ਫੜ ਫੜ ਕੇ ਸਿਰ ਮੁੰਨ ਦਿੱਤੇ, ਜੂੜੇ ਮੁੰਨ ਦਿੱਤੇ ਵੀ ਇਹ ਜੇ ਹੁਣ ਮੰਤਰ ਪੜ੍ਹਨਗੇ ਤੇ ਇਹਨਾਂ ਦੇ ਮੰਤਰ ਚੱਲਣਗੇ ਨਾ। ਇਸ ਤਰੀਕੇ ਦੇ ਨਾਲ ਉਹ ਨੰਦਨ ਕੇ ਰਾਜਿਆਂ ਨੇ ਬ੍ਰਾਹਮਣਾਂ ਦੇ ਸਿਰ ਮੁੰਨੇ ਸਨ। ਪਹਿਲਾਂ ਤੇ ਉਹਨਾਂ ਮੁੰਨ ਦਿੱਤੇ, ਬਾਅਦ ਵਿੱਚ ਆਪੇ ਹੀ ਮਨਾਉਣ ਲੱਗ ਪਏ। ਫਿਰ ਰੀਤੀ ਪੈ ਗਈ। ਪਹਿਲਾਂ ਤਾਂ ਉਹਨਾਂ ਸਜ਼ਾ ਦਿੱਤੀ ਸੀ, ਦੰਡ ਦਿੱਤਾ ਸੀ। ਪਹਿਲਾਂ ਪਰਸਰਾਮ ਨੇ ਦੰਡ ਦਿੱਤਾ, ਉਹਨੇ ਆਪ ਮੁੰਨੇ ਸੀ। ਉੱਥੋਂ ਫਿਰ ਰੀਤੀ ਪੈ ਗਈ। ਬਾਅਦ ਚ ਨੰਦਨ ਕੇ ਰਾਜਿਆਂ ਨੇ ਆਪਣਾ ਰਾਜ ਬਚਾਉਣ ਵਾਸਤੇ ਮੁੰਨ ਦਿੱਤੇ ਬ੍ਰਾਹਮਣਾਂ ਦੇ ਸਿਰ, ਤੇ ਉੱਥੋਂ ਫਿਰ ਰੀਤੀ ਪੈ ਗਈ। ਤੇ ਫਿਰ ਜਿਸ ਵੇਲੇ ਕੋਈ ਪੁੱਛਦਾ ਸੀ ਨਾ, ਅੱਗੇ ਜਾ ਕਰਕੇ ਇਹਦੇ ਵਿੱਚ ਹੀ ਜ਼ਿਕਰ ਆ ਜਾਵੇਗਾ। ਸੋ ਅੱਗੇ ਦੱਸਣਗੇ ਆਪ ਹੀ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ। ਸੋ ਗਰੀਬ ਨਵਾਜ ਸਾਹਿਬ ਜੀ ਦੱਸ ਰਹੇ ਕਿ ਹੇ ਨੌ ਨਿੱਤੇ, ਇਸ ਤਰੀਕੇ ਦੇ ਨਾਲ ਸਨਾਤਨ ਮਤ ਦੇ ਵਿੱਚ ਸਿਰ ਮੂੰਹ ਮਨਾਉਣ ਦੀ, ਕੇਸ ਮਨਾਉਣ ਦੀ, ਕੇਸਾਂ ਦੀ ਬੇਅਦਬੀ ਕਰਨ ਦੀ ਰੀਤੀ ਚੱਲ ਪਈ। ਫਿਰ ਜਿਹੜੇ ਕਲਯੁਗ ਦੇ ਸਮੇਂ ਵਿੱਚ ਰਾਜੇ ਹੋਏ ਹਨ, ਹਾਂ, ਇਹ ਕਲਯੁਗ ਦੇ ਸਮੇਂ ਵਿੱਚ ਜਿਹੜੇ ਰਾਜੇ ਜਿਨ੍ਹਾਂ ਦੀ ਨੰਦ ਕੇ ਇਹ ਸੰਗਿਆ ਹੋਈ, ਉਹਨਾਂ ਨੂੰ ਨੰਦ ਕੇ ਰਾਜੇ ਕਿਹਾ ਜਾਂਦਾ ਸੀ। ਹਾਂ, ਉਹਨਾਂ ਨੇ ਇਹ ਗੱਲ ਵਿਚਾਰ ਕਰਕੇ ਵੀ ਇਹ ਬ੍ਰਾਹਮਣ ਲੁਕ ਕਰਕੇ ਵਰਨੀਆਂ ਨਾ ਕਿਸੇ ਦੀਆਂ ਕਰ ਦੇਣ, ਸਾਡਾ ਰਾਜ ਭਾਗ ਨਾ ਨਾਸ ਹੋ ਜਾਵੇ, ਡਰਦੇ ਸੀ ਇਹ ਨੰਦ ਕੇ ਰਾਜੇ। ਉਹਨਾਂ ਨੇ ਫਿਰ ਇਹੀ ਯਤਨ ਉਪਾਅ ਜਿਹੜਾ ਵਿਚਾਰਿਆ, ਸਾਰੇ ਬ੍ਰਾਹਮਣਾਂ ਨੂੰ ਸੱਦ ਕਰਕੇ ਉਹਨਾਂ ਦੇ ਸਿਰ ਮੂੰਹ ਮਨਾ ਦਿੱਤੇ। ਕਿਉਂਕਿ ਜਿਸ ਦੇ ਸਿਰ ਦੇ ਉੱਤੇ ਕੇਸ ਨਾ ਹੋਣ, ਉਹਦੇ ਉੱਤੇ ਦੇਵਤੇ ਖੁਸ਼ ਨਹੀਂ ਹੁੰਦੇ। ਜਿਹੜੇ ਮਨਾਉਂਦੇ ਵੀ ਆ ਨਾ, ਹੁਣ ਐ ਰਗੜ ਕੇ ਘੋਣ ਮੋਣ ਕਰਦੇ ਆ। ਜਿਨ੍ਹਾਂ ਦਿਨਾਂ ਵਿੱਚ ਉਹਨਾਂ ਨੇ ਵੀ ਕੋਈ ਹਵਨ ਕਰਨਾ ਹੋਵੇ, ਕੋਈ ਮੰਤਰ ਪੜ੍ਹਨੇ ਹੋਣ, ਉਹ ਦਿਨ ਉਹ ਵੀ ਰੱਖ ਲੈਂਦੇ ਬੋਦੀ, ਫਿਰ ਕੇਸ ਰੱਖ ਲੈਂਦੇ। ਫਿਰ ਉਹਨੇ ਦਿਨਾਂ ਦੇ ਵਿੱਚ ਕਹਿੰਦੇ ਵੀ ਕੇਸ ਰੱਖਣ ਨਾਲ ਹੀ ਦੇਵਤੇ ਖੁਸ਼ ਹੁੰਦੇ ਆ। ਕਲਗੀਧਰ ਪਾਤਸ਼ਾਹ ਦੱਸ ਰਹੇ ਆ ਵੀ ਸੁਰ ਪ੍ਰਸੰਨ ਬਿਨ ਕੇਸ਼ ਨਾ, ਬਿਨਾਂ ਕੇਸਾਂ ਤੋਂ ਦੇਵਤੇ ਖੁਸ਼ ਨਹੀਂ ਹੁੰਦੇ। ਉਹ ਨੰਦ ਕੇ ਰਾਜਿਆਂ ਨੇ ਵੀ ਇਹ ਬ੍ਰਾਹਮਣਾਂ ਦੇ ਪੜ੍ਹੇ ਹੋਏ ਮੰਤਰ ਨਾ ਚੱਲਣ, ਇਹਨਾਂ ਦੀਆਂ ਵਰਨੀਆਂ ਨਾ ਕੰਮ ਕਰਨ, ਇਸ ਕਰਕੇ ਬ੍ਰਾਹਮਣਾਂ ਨੂੰ ਇਕੱਠੇ ਕਰਕੇ ਸਾਰਿਆਂ ਦੇ ਸਿਰ ਮਨਾ ਦਿੱਤੇ। ਇਸੇ ਵਿਧੀ ਦੇ ਨਾਲ ਇਹ ਹਿੰਦੂ ਵੀ ਤੇ ਮੁਸਲਮਾਨ ਵੀ ਸਾਰੇ ਹੀ। ਦਸ਼ਮੇਸ਼ ਪਾਤਸ਼ਾਹ ਕਹਿੰਦੇ ਸਿਰ ਮੂੰਹ ਮਨਾ ਕੇ ਤੇ ਧਰਮ ਤੋਂ ਹਾਰ ਗਏ ਆ ਸਾਰੇ। ਇਹ ਧਰਮ ਤਿਆਗ ਦਿੱਤਾ ਸਾਰਿਆਂ ਨੇ। ਇਸ ਤਰੀਕੇ ਨਾਲ ਹੈ ਤੇ ਸੀ ਕੁਰੀਤੀ, ਹੈ ਤੇ ਸੀ ਸਜ਼ਾ। ਉਧਰਲੇ ਪਾਸੇ ਸਜ਼ਾ ਘਰ ਵਾਲੀ ਨੇ ਦਿੱਤੀ ਸੀ ਪੈਗੰਬਰ ਸਾਹਿਬ ਨੂੰ, ਤੇ ਉਹਨੇ ਰੀਤ ਚਲਾਤੀ, ਮਰਿਆਦਾ ਚਲਾਤੀ ਵੀ ਇਸ ਤਰ੍ਹਾਂ ਹੀ ਹੁਣ ਚੱਲਣਾ। ਇਧਰਲੇ ਪਾਸੇ ਪਰਸਰਾਮ ਨੇ ਦਿੱਤੀ ਸਜ਼ਾ। ਫਿਰ ਨੰਦ ਕੇ ਰਾਜਿਆਂ ਨੇ ਬ੍ਰਾਹਮਣਾਂ ਨੂੰ ਸਜ਼ਾ ਦਿੱਤੀ, ਉਹਨਾਂ ਦੇ ਸਿਰ ਮੂੰਹ ਮਨਾਏ, ਤੇ ਉੱਥੋਂ ਫਿਰ ਰੀਤੀ ਬਣ ਗਈ। ਫਿਰ ਜਦੋਂ ਕੋਈ ਪੁੱਛਦਾ ਸੀ ਨਾ ਬ੍ਰਾਹਮਣਾਂ ਨੂੰ, ਇਹ ਗ੍ਰੰਥਾਂ ਦੇ ਵਿੱਚ, ਸ਼ਾਸਤਰਾਂ ਵਿੱਚ ਤਾਂ ਲਿਖਿਆ ਵਾ ਵੀ ਸਾਫ਼ ਸੂਰਤ ਹੋਣਾ ਚਾਹੀਦਾ। ਫਿਰ ਇਹਨਾਂ ਨੇ ਆਪਣੀ ਇਹ ਜਿਹੜੀ ਇਹ ਰੀਤੀ ਸੀ ਖੋਟੀ, ਆਪਣਾ ਪਾਜ ਰੱਖਣ ਵਾਸਤੇ ਆਪਣੇ ਕੋਲੋਂ ਹੀ ਸ਼ਲੋਕ ਬਣਾ ਬਣਾ ਕੇ ਪੁਰਾਣਾਂ ਵਿੱਚ ਲਿਖ ਦਿੱਤੇ।
भी ये मुंडन संस्कार है, भी सिर मनाउणा चाहिदा। फिर अपने इज्जत रखण वास्ते ना आपे ही फिर सलोक बना बना लिख दिते भी लोग सानू पुछदे आ भी वड्डे रिखी मुनि जिहड़े पहले होए आ, वो तां साबत सूरत ही होए आ भी ब्रह्मा जी केसां वाले सी, दाढ़ी वाले सी, देवते सारे केसा धारी आ, ऋषि मुनि जिहड़े आ वो केसा धारी आ, अवतारी महापुरख केसा धारी आ, श्री कृष्ण जी केसा धारी सी, श्री राम जी केसा धारी सन, उन्हां दे गुरु भी केसा धारी सी, वशिष्ठ जी, दुर्वासा जी, वो सारे केसा धारी सन। भी हुण जदों सानू कोई पुछदा ते असीं जवाब की दईए, फिर अपने कोलों ही श्लोक बना के ना पुराणा च लिख दिते भी सिर ये भी आग्या ही आ सिर मूँह बनाउण दी। फिर मुंडन संस्कार बना दिता। हुण बड़े चाअ दे नाल ना मुंडन संस्कार किया जाता वा। ते मुंडन संस्कार की हुंदा भी छोटे जे बच्चे दा रगड़ के सिर मूँह मुन्नना, कद्दू वर्गा करना, कद्दू जामत करनी चंगी तरह, तां ओहदा नां रख लिया मुंडन संस्कार। तो इस तरीके दे नाल है कुरीति सी, है डन सी, बना लिया उहनूं धर्म, बना ली रीति। जिवें आ नक ते कन्न विन्हण दी रीत चली माइयां दे विच, ते बड़े चाअ नाल कई माइयां ना नत्थ पाउंदियां। नत्थ साडियां ही धीआं भैणां जदों विआह हुंदा ना उदों किन्ने गहणे पाए जांदे, पर गुरमत विच कोई थां नहीं गा नक कन्न विन्हण नूं, गुरु की आग्या नहीं। है भी सज़ा सी जिस वेले इस देश दीआं धीआं भैणां बहु बेटियां नूं जालम लोक गिरफ्तार करके गजनी लिजा के टके टके ते वेचदे सी ना, उदों नत्थ पाउंदे सी, वो नक कन्न विन्ह के। उदों कहिंदे सी भी ये साडे गुलाम वा। नक ये नत्थ जिहड़ी गुलामी दी निशानी सी, उदों उत्थे जा करके वेचिया जांदा सी। खालसियां ने छडाइयां, सिंघां ने, इतिहास विच सारा जिक्र आउंदा। उत्थों फिर रीति चल पई, कहिंदे भी नक विन्ह के ते सोने दी नत्थ पाओ जी। कोई चांदी दी पाउंदा, कोई सोने दी पाउंदा, है तां गुलामी दी निशानी सी, पर उत्थों चल गई ये रीत। पर महाराज साहब जी ने ते आख्या भी विदे नाक ना कान को सतगुर की मर्याद। सतगुरां दी मर्यादा है, सोना पाउणा कोई गुनाह नहीं। सोने का कड़ा जे किसी ने पाउणा तो बना लवे, जिन्ने मर्जी तोले का बना के पा लवे, पर सरबलोए का पहला चाहिए, सरबलोए का होना चाहिए। नक कन्न विन्हण की मनाही आ। सोना जिसले पाउणा कोई गल च पा लवे, हथ च पा लवे, तो छापां तां नहीं पाई दियां क्योंकि फिर हाथ जो धोने आ तो गंदगी में फसदी है। कारण ये आ, उंज सोने का कड़ा बना के किसी ने पाउणा पा लवे जे पाउणा ते, पर जिहड़ी गुरु की मर्यादा ते सरबलोए का कड़ा है। सोने का पाउणा ये आपदी आ, आपदी मन की मर्जी है, पर जिहड़े सरबलोए का कड़ा ये आपदी मर्जी नहीं, ये गुरु की मर्जी है। सरबलोए का कड़ा तो जरूरी है। तो इस तरीके नाल महाराज साहब जी कहते दोने पासे एक खोटी रीति चली। हाँ, हे नौनिध जिहड़ा महाराज साहब जी दे पास आया सी, जिसने बेनती की, उन्होंने दस दे कलगीधर पातशाह भी ये कारण वा ये मुंडन का, केसां नूं मनाउण दा। पर केस रखने ये सारियां नूं जोग हन, ये सारियां नूं जरूरी हन। महाराज कहंदे केसां तो बिना तां सनातन मत विच भी वो मनदे आ कि देवते केसां तो बिना खुश नहीं हुंदे। ते ऐसे शुभ जिहड़े केश वा परमेश्वर दी दित्ती दात आ, सोहणे केसां नूं नहीं मनाउणा चाहीदा। महाराज कहंदे बिना विचार तो वेखो वेखी रीत चल पई मुंडन दी, सिर मूँह मनाउण दी, कि किसी ने सोच विचार नहीं की। पहले पहल तो ये सजा होए, तो वो सजा तो बाद फिर इनू धर्म बना लिया गया, फिर वेखा वेखी लोग मनाउण लग पए। इस तरह इस रीत नूं, भैड़ी रीत नूं धारण कर लिया सिर मूँह मनाउण वाली नूं, ते दुरभेखी, सो ये माड़े भेख वाले हो गए। धन श्री गुरु गोबिंद सिंह महाराज कहते परमेश्वर वाहिगुरु ने तो मनुखा शरीर रचिया, सोहना शरीर दिता है। ये तो शोभा का घर सुभाएमान किया परमेश्वर ने, सोहने ये साबत सूरत ये शरीर दिता है, ये दाढ़ी केसां वाला ये मनुखा शरीर दिता है।
ਦੇਖੋ ਉੱਤਮ ਅੰਗ ਦਸ਼ਮੇਸ਼ ਪਾਤਸ਼ਾਹ ਕਹਿੰਦੇ ਜਿੰਨੇ ਵੀ ਉੱਤਮ ਅੰਗ ਹਨ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਉਹਨਾਂ ਸਾਰਿਆਂ ਉੱਤੇ ਸੋਹਣੇ ਕੇਸ ਪੈਦਾ ਕੀਤੇ। ਸਭ ਤੋਂ ਉੱਤਮ ਸਿਰ ਵਾ ਬੰਦੇ ਦਾ ਸਿਰ, ਤੇ ਸਿਰ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਜੀ ਨੇ ਕੇਸ ਪੈਦਾ ਕੀਤੇ। ਕੇਸ ਜੇ ਜਮਾਂਦਰੋਂ ਹੀ ਨਾ ਪੈਦਾ ਹੋਣ, ਸਿਰ ਗੰਜਾ ਹੀ ਹੋਵੇ ਤੇ ਕਿਵੇਂ ਦਾ ਲੱਗੇਗਾ? ਹੋਰ ਹੀ ਤਰ੍ਹਾਂ ਦਾ। ਇਹ ਪਰਮੇਸ਼ਰ ਵਾਹਿਗੁਰੂ ਜੀ ਦੀ ਦਿੱਤੀ ਦਾਤ ਹੈ। ਸਭ ਤੋਂ ਉੱਤਮ ਸਿਰ ਹੈ ਤੇ ਸਿਰ ਦੇ ਉੱਤੇ ਕੇਸਾਂ ਦਾ ਜੂੜਾ ਬਣਾਇਆ ਕਰਤਾ ਪੁਰਖ ਵਾਹਿਗੁਰੂ ਜੀ ਨੇ, ਕੇਸ ਦਿੱਤੇ ਹਨ। ਫਿਰ ਸਾਧ ਸੰਗਤ ਜੀ ਅੱਖਾਂ ਕਿੰਨਾ ਕੋਮਲ ਅੰਗ ਹੈ ਸਰੀਰ ਦਾ, ਔਰ ਅੱਖਾਂ ਦੇ ਉੱਤੇ ਵੀ ਵਾਹਿਗੁਰੂ ਜੀ ਨੇ ਕੇਸ ਦਿੱਤੇ ਆ, ਭਰਭੱਟੇ ਕੇਸ ਦਿੱਤੇ। ਜਿਵੇਂ ਆ ਰੋਸ਼ਨਦਾਨ ਹਨ, ਲਵਾਰੀਆਂ ਔਰ ਰੋਸ਼ਨਦਾਨ ਉੱਤੇ ਵਾਧੇ ਬਣਾਏ ਹੁੰਦੇ ਆ ਵੀ ਮੀਂਹ ਪਵੇ ਤੇ ਅੰਦਰ ਪਾਣੀ ਨਾ ਆਵੇ, ਰੋਸ਼ਨਦਾਨਾਂ ਦੇ ਉੱਤੇ। ਤੇ ਆ ਅੱਖਾਂ ਦੇ ਉੱਤੇ ਜਿਹੜੀਆਂ ਚਿਮਣੀਆਂ ਲਾਈਆਂ, ਕੇਸ ਲਾਏ ਆ ਵੀ ਅੱਖਾਂ ਦੀ ਰਾਖੀ ਵਾਸਤੇ। ਭਰਭੱਟੇ ਲਾਏ ਆ ਤੇ ਇਹ ਵੀ ਅੱਖਾਂ ਦੀ ਰਾਖੀ ਵਾਸਤੇ। ਤੇ ਹੁਣ ਤਾਂ ਲੋਕ ਭਰਭੱਟੇ ਵੀ ਮਨਾਈ ਜਾਂਦੇ ਆ। ਕਿੰਨੀਆਂ ਦੁਕਾਨਾਂ ਜਿਹੜੀਆਂ ਸਿਰ ਮੂੰਹ ਮੁੰਨਣ ਦੀਆਂ ਸ਼ਹਿਰ ਵਿੱਚ ਬਣਦੀਆਂ, ਸਾਡੇ ਇਤਿਹਾਸਕ ਸਥਾਨਾਂ ਨਗਰੀਆਂ ਵਿੱਚ ਵੀ ਬਣੀਆਂ ਹੋਈਆਂ, ਹਾਲਾਂਕਿ ਨਹੀਂ ਹੋਣੀਆਂ ਚਾਹੀਦੀਆਂ। ਇਹ ਭਰਭੱਟੇ ਵੀ ਮਨਾਏ ਜਾਂਦੇ ਆ। ਇੱਕ ਵੀ ਕੇਸ ਨੂੰ ਪੁੱਟ ਦੇਣ ਵਾਲਾ, ਇੱਕ ਵੀ ਕੇਸ ਨੂੰ ਕਟਾ ਦੇਣ ਵਾਲਾ ਗੁਰੂ ਦਾ ਸਿੱਖ ਨਹੀਂ ਰਹਿੰਦਾ। ਜਿਹੜਾ ਗੁਰੂ ਦਾ ਸਿੱਖ ਆ, ਗੁਰੂ ਦਾ ਸਿੱਖ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਉੱਤਮ ਅੰਗ, ਜਿੰਨੇ ਵੀ ਸਰੀਰ ਦੇ ਉੱਤਮ ਅੰਗ ਵਾ ਉੱਥੇ ਪਰਮੇਸ਼ਰ ਵਾਹਿਗੁਰੂ ਜੀ ਨੇ ਕੇਸ ਪੈਦਾ ਕੀਤੇ ਹੋਏ ਹਨ। ਤੇ ਕੇਸਾਂ ਦੇ ਨਾਲ ਬਹੁਤ ਸੋਹਣਾ ਰੂਪ ਧਾਰਨ ਕਰਦਾ ਹੈ। ਜਿਹੜੇ ਵਿਚਾਰ ਤੋਂ ਬਹੀਣ ਹਨ, ਵਿਚਾਰ ਤੋਂ ਖਾਲੀ ਲੋਕ ਹਨ, ਸਖਣੇ ਹਨ, ਵਿਚਾਰ ਤੋਂ ਸਮਝ ਤੋਂ ਹੀਣੇ, ਉਹ ਕੇਸਾਂ ਨੂੰ ਮਨਾਉਂਦੇ ਹਨ। ਮਹਾਰਾਜ ਕਹਿੰਦੇ ਉਹਨਾਂ ਨੇ ਧਰਮ ਦੀ ਜਿਹੜੀ ਇਹ ਸੁੰਦਰਤਾ ਹੈ ਨਾ, ਇਹ ਧਰਮ ਦੇ ਵਿੱਚ ਤਿਆਰ ਬਰ ਤਿਆਰ ਰਹਿਣਾ, ਇਸ ਨੂੰ ਨਾਸ ਕਰਨ ਦੇ ਵਿੱਚ ਹਿੱਤ ਦਿੱਤਾ ਹੋਇਆ ਹੈ। ਭਾਵ ਆਪਣਾ ਧਰਮ ਤਿਆਗਣ ਦੇ ਵਿੱਚ ਹਿੱਤ ਦਿੱਤਾ ਹੋਇਆ। ਉਹ ਧਰਮੀ ਨਹੀਂ ਹਨ ਜਿਹੜੇ ਕੇਸਾਂ ਦੀ ਬੇਅਦਬੀ ਕਰਦੇ। ਇਸ ਤਰ੍ਹਾਂ ਨੌ ਨਿਧੇ ਸਾਰੇ ਸੰਸਾਰ ਦੇ ਵਿੱਚ ਕੇਸਾਂ ਨੂੰ ਮਨਾਉਣ ਦੀ ਭੈੜੀ ਰੀਤ ਚੱਲ ਪਈ, ਖੋਟੀ ਰੀਤੀ ਚੱਲ ਪਈ ਕੇਸਾਂ ਨੂੰ ਮਨਾਉਣ ਦੀ। ਐਸੀ ਇਹ ਰੀਤ ਚੱਲ ਹੀ ਪਈ ਆ। ਮਹਾਰਾਜ ਕਹਿੰਦੇ ਇਸਲਾਮ ਦੇ ਵਿੱਚ ਵੀ, ਸਨਾਤਨ ਮਤ ਦੇ ਵਿੱਚ ਹੁਣ ਕੌਣ ਹਟਦਾ ਹੈ ਵੀ ਵੇਖੋ ਵੇਖੀ ਮਨਾਈ ਜਾਂਦੇ। ਉਹ ਕਹਿੰਦੇ ਸਾਡਾ ਧਰਮ ਆ ਜੀ, ਸਾਡੇ ਕਹਿੰਦੇ ਸੰਸਕਾਰ ਵਾ ਮੁੰਡਨ ਕਰਾਉਣ ਦਾ। ਉਹ ਕਹਿੰਦੇ ਸਾਡੇ ਇਹ ਧਰਮ ਦੀ ਰੀਤੀ ਆ ਜੀ, ਅਸੀਂ ਸੁੰਨਤ ਕਰਾਉਣੀ ਆ। ਪਰ ਮਹਾਰਾਜ ਕਹਿੰਦੇ ਵੇਖੋ ਵੇਖੀ ਫਿਰ ਅੱਗੇ ਚੱਲ ਪਿਆ। ਪਰ ਪਿਛਲੇ ਜਿੰਨੇ ਰਿਸ਼ੀ ਮੁਨੀ ਹੋਏ ਆ ਸਾਰੇ ਕੇਸਾਧਾਰੀ ਹੋਏ ਹਨ। ਇਸ ਤਰੀਕੇ ਦੇ ਨਾਲ ਫਿਰ ਸ਼ਲੋਕ ਰਚ ਰਚ ਕੇ ਉਹ ਬ੍ਰਾਹਮਣਾਂ ਨੇ ਆਪਣੇ ਆਪ ਦਾ ਬਚਾਅ ਕਰਨ ਵਾਸਤੇ ਪੁਰਾਣਾਂ ਦੇ ਵਿੱਚ ਸ਼ਲੋਕ ਰੱਖ ਦਿੱਤੇ ਇਸ ਤਰੀਕੇ ਦੇ ਰਚ ਰਚ ਕੇ ਵੀ ਕੇਸ ਮਨਾਉਣੇ ਚਾਹੀਦੇ ਹਨ। ਪਰ ਉਹਨਾਂ ਨੇ ਵੀ ਪਹਿਲੀ ਰੀਤ ਦਾ ਵਿਚਾਰ ਨਹੀਂ ਕੀਤਾ ਵੀ ਸਾਡੇ ਵੱਡੇ ਵਡੇਰੇ ਜਿੰਨੇ ਹੋਏ ਆ ਉਹ ਸਾਰੇ ਕੇਸਾਧਾਰੀ ਹੋਏ ਹਨ। ਮਹਾਰਾਜ ਕਹਿੰਦੇ ਸਾਰੇ ਬ੍ਰਾਹਮਣ ਵੀ ਪਹਿਲਾਂ ਕੇਸਾਧਾਰੀ ਹੁੰਦੇ ਸੀ। ਬ੍ਰਾਹਮਣਾਂ ਤੋਂ ਬਿਨਾਂ ਬਾਕੀ ਸਾਰੇ ਲੋਕ ਵੀ ਸਾਰੇ ਕੇਸਾਧਾਰੀ ਹੁੰਦੇ ਸੀ ਪੁਰਾਤਨ ਸਮੇਂ ਵਿੱਚ। ਇਸ ਤਰ੍ਹਾਂ ਸੋਭਨੀਕ ਸਤਿਗੁਰੂ ਜੀ ਦੇ ਬਚਨ ਤੋਂ ਸੋਭਨੀਕ ਬਚਨ ਸੁਣ ਕਰਕੇ, ਸਿੱਖਿਆ ਸੁਣ ਕਰਕੇ ਇਹ ਨੌ ਨਿਧ ਨਾਮ ਦੇ ਖੱਤਰੀ ਨੇ ਸਤਿਗੁਰੂ ਕਲਗੀਧਰ ਪਾਤਸ਼ਾਹੀ ਦੇ ਬਚਨ ਸੁਣੇ ਤੇ ਜਾਣਿਆ ਵੀ ਮਹਾਰਾਜ ਸਾਹਿਬ ਜੀ ਸੱਚ ਕਹਿੰਦੇ ਹਨ। ਫਿਰ ਹੱਥ ਜੋੜੇ ਨੌ ਨਿਧ ਨੇ ਤੇ ਆਖਿਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਮਹਾਰਾਜ ਤੁਸੀਂ ਧੰਨ ਹੋ ਤੇ ਆਪ ਜੀ ਸੱਚ ਕਹਿੰਦੇ ਹੋ। ਇਸ ਤਰ੍ਹਾਂ ਨੌ ਨਿਧ ਨਾਮ ਦਾ ਖੱਤਰੀ ਗੁਰੂ ਸਾਹਿਬ ਜੀ ਤੋਂ ਕੇਸਾਂ ਦੀ ਮਹਾਨਤਾ ਸੁਣ ਕਰਕੇ ਫਿਰ ਆਪਣੇ ਘਰ ਨੂੰ ਚਲੇ ਗਿਆ। ਉਹਨੇ ਕੇਸਾਂ ਦੇ ਬਾਰੇ ਪੁੱਛਿਆ ਸੀ ਤੇ ਮਹਾਰਾਜ ਸਾਹਿਬ ਜੀ ਨੇ ਦੋਨਾਂ ਧਰਮਾਂ ਬਾਰੇ ਵੀ ਦੱਸ ਦਿੱਤਾ
ਤੇ ਗਰੀਬ ਨਵਾਜ ਨੇ ਦੱਸਤਾ ਜਦੋਂ ਤੋਂ ਸ੍ਰਿਸ਼ਟੀ ਪੈਦਾ ਹੋਈ ਸਾਰੇ ਕੇਸਾਧਾਰੀ ਪੈਦਾ ਹੁੰਦੇ ਸੀ ਤੇ ਕੇਸ ਆਦਿ ਕਾਲ ਤੋਂ ਹੀ ਹਨ। ਇਹ ਪਰਮੇਸ਼ਰ ਦੀ ਦਾਤ ਹੈ। ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਤਾਂ ਕੇਸਾਂ ਦੀ ਮਹਾਨਤਾ ਦਰਸਾਉਂਦਿਆਂ ਹੋਇਆਂ ਇਹ ਬਚਨ ਕਹਿ ਕਿ ਪੰਜਾਂ ਕਕਾਰਾਂ ਦੇ ਵਿੱਚ ਸਭ ਤੋਂ ਪਹਿਲਾ ਕਕਾਰ ਕੇਸ ਹੈ। ਜਿਨ੍ਹਾਂ ਨੂੰ ਕੱਕੇ ਅੱਖਰ ਦੇ ਨਾਲ ਸਾਧ ਸੰਗਤ ਜੀ ਕੱਕਾ ਅੱਖਰ ਲੱਗਦਾ ਹੈ ਪੰਜਾਂ ਕਕਾਰਾਂ ਦੇ ਵਿੱਚ, ਇਸੇ ਕਰਕੇ ਕਕਾਰ ਕਿਹਾ ਜਾਂਦਾ ਹੈ। ਕਕਾਰ ਕੱਕੇ ਨੂੰ ਹੀ ਕਹਿੰਦੇ। ਕੱਕਾ ਕੇਸ, ਕੱਕਾ ਕੰਘਾ, ਕੱਕਾ ਕੜਾ, ਕੱਕਾ ਕਿਰਪਾਨ ਤੇ ਕੱਕਾ ਕਸ਼ਹਿਰਾ। ਇਹ ਪੰਜ ਕਕਾਰ ਮਹਾਰਾਜ ਸਾਹਿਬ ਜੀ ਨੇ ਬਖਸ਼ੇ। ਸਭ ਤੋਂ ਪਹਿਲਾ ਕਕਾਰ ਕੇਸ ਹੈ ਗੁਰੂ ਘਰ ਦੇ ਵਿੱਚ, ਗੁਰਮਤਿ ਦੇ ਵਿੱਚ। ਤੇ ਫਿਰ ਬੱਜਰ ਕੁਰੈਤਾਂ ਜਿਹੜੀਆਂ ਜਿਨ੍ਹਾਂ ਦਾ ਤਿਆਗ ਕਰਨਾ ਵਾ ਸਿੱਖ ਨੇ, ਉਹਦੇ ਵਿੱਚ ਕੇਸਾਂ ਨੂੰ ਮਨਾਉਣ ਨੂੰ ਹਜਾਮਤ ਕਹਿ ਕਰਕੇ ਮਹਾਰਾਜ ਨੇ ਤਿਆਗ ਕਰਵਾਇਆ ਕਿ ਕੇਸਾਂ ਦੀ ਬੇਅਦਬੀ ਕਰਨੀ ਇਹ ਬੱਜਰ ਕੁਰੈਤ ਹੈ। ਕੇਸਾਂ ਨੂੰ ਸੰਭਾਲਣਾ ਇਹ ਪਹਿਲਾ ਕਕਾਰ ਹੈ। ਪੰਜਾਂ ਕਕਾਰਾਂ ਦੀ ਰਹਿਤ ਵਿੱਚ ਇੱਕ ਕਕਾਰ ਕੇਸ ਹੈ। ਤੇ ਗੁਰੂ ਸਾਹਿਬ ਜੀ ਨੇ ਬਚਨ ਕਹਿ ਵੀ ਸਾਬਤ ਸੂਰਤ ਦਸਤਾਰ ਸਿਰਾ। ਸਾਬਤ ਸੂਰਤ ਰਹਿਣਾ ਵਾ ਤੇ ਸਿਰ ਤੇ ਦਸਤਾਰ ਸਜਾਉਣੀ। ਇਹ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦਾ ਸਾਨੂੰ ਉਪਦੇਸ਼ ਹੈ, ਸਿੱਖਿਆ। ਤੋ ਗਰੀਬ ਨਵਾਜ ਸਾਹਿਬ ਜੀ ਨੇ ਤਾਂ ਕੇਸਾਂ ਦੇ ਬਾਰੇ ਬਹੁਤ ਹੀ ਵੱਡਾ ਭਾਰੀ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਸਾਡੀ ਤਾਂ ਮੋਹਰ ਹੀ ਕੇਸ ਹੈ ਭਾਈ, ਕੇਸ ਗੁਰੂ ਕੀ ਮੋਹਰ ਹੈ। ਮੋਹਰ ਤੋਂ ਹੀ ਪਤਾ ਲੱਗਦਾ ਹੈ। ਮੋਹਰ ਦੇ ਨਾਲ ਹੀ ਕੀਮਤ ਬਣਦੀ ਹੈ। ਕਾਗਜ਼ ਤਾਂ ਉਂਝ ਬਥੇਰਾ ਹੁੰਦਾ ਹੈ, ਜਿਸ ਕਾਗਜ਼ ਤੇ ਸਰਕਾਰੀ ਮੋਹਰ ਲੱਗ ਜਾਂਦੀ ਹੈ ਉਸ ਕਾਗਜ਼ ਦੀ ਕਦਰ ਕੀਮਤ ਪੈ ਜਾਂਦੀ ਹੈ। ਉਹ ਵੀ ਕਾਗਜ਼ ਹੀ ਹੁੰਦਾ ਵਾ ਜਿਹਦੇ ਨੋਟ ਛਪਦੇ ਆ, ਪਰ ਉਹਦੇ ਤੇ ਮੋਹਰ ਲੱਗੀ ਹੁੰਦੀ ਹੈ। ਮੋਹਰ ਕਰਕੇ ਹੀ ਉਹਦੀ ਕੀਮਤ ਆ। ਉਹਨੂੰ ਸੰਭਾਲ ਕੇ ਰੱਖਿਆ ਜਾਂਦਾ ਉਸ ਕਾਗਜ਼ ਨੂੰ। ਜਿਹਦੇ ਉੱਤੇ ਕੋਈ ਮੋਹਰ ਨਹੀਂ ਹੈ ਉਹ ਕਾਗਜ਼ ਰੂੜੀਆਂ ਤੇ ਵੀ ਰੁਲਦਾ ਪਿਆ। ਕੇਸ ਗੁਰੂ ਕੀ ਮੋਹਰ ਹੈ। ਔਰ ਇਹਨਾਂ ਕੇਸਾਂ ਕਰਕੇ ਹੀ ਇਹ ਪਛਾਣਿਆ ਜਾਂਦਾ ਵੀ ਇਹ ਗੁਰੂ ਕਾ ਸਿੱਖ ਹੈ, ਗੁਰੂ ਕਾ ਸਿੰਘ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਿਆਰੇ ਸਿੱਖ, ਧੰਨ ਧੰਨ ਭਾਈ ਬਾਲਾ ਜੀ, ਧੰਨ ਧੰਨ ਭਾਈ ਮਰਦਾਨਾ ਜੀ। ਤੇ ਭਾਈ ਮਰਦਾਨਾ ਜੀ ਦੇ ਕੇਸ ਜਗਤ ਗੁਰੂ ਜੀ ਨੇ ਰਖਵਾਏ ਸਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਰੀਰਕ ਉਮਰ ਦੇ ਵਿੱਚ ਮਹਾਰਾਜ ਸਾਹਿਬ ਜੀ ਤੋਂ 10 ਸਾਲ ਵੱਡੇ ਸੀ ਭਾਈ ਮਰਦਾਨਾ ਜੀ। 1469 ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਈਸਵੀ ਸਨ। ਤੇ 1459 ਵਿੱਚ ਭਾਈ ਮਰਦਾਨਾ ਜੀ ਦਾ ਉਹਨਾਂ ਦਾ ਜਨਮ ਹੋਇਆ ਹੈ ਰਾਏ ਭੋਏ ਦੀ ਤਲਵੰਡੀ। ਪਿਤਾ ਸਤਿਕਾਰਯੋਗ ਬਾਬਾ ਬਾਦਰਾ ਜੀ ਤੇ ਮਾਤਾ ਲੱਖੋ ਜੀ ਦੇ ਘਰ ਦੇ ਵਿੱਚ। ਤੇ ਸ਼ਾਮਾਂ ਦਾ ਸਮਾਂ ਸੀ, ਖੇਡ ਰਹੇ ਸੀ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਹਾਣੀਆਂ ਦੇ ਨਾਲ ਭਾਈ ਮਰਦਾਨਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵੀ ਵਿਚਰਦੇ ਸਨ। ਤੇ ਮਾਤਾ ਆਵਾਜ਼ ਮਾਰਦੀ, ਵੇ ਮਰ ਜਾਣਿਆ ਘਰ ਨੂੰ ਆ, ਵੇ ਮਰ ਜਾਣਿਆ ਘਰ ਨੂੰ ਆ। ਤੇ ਮਾਤਾ ਦਾ ਪੁੱਤ ਆ ਗਿਆ ਕੋਲੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਵੀ ਮਾਤਾ ਦੇ ਪਾਸ ਆ ਗਏ। ਤੇ ਗਰੀਬ ਨਵਾਜ ਸਾਹਿਬ ਕਹਿਣ ਲੱਗੇ, ਮਾਤਾ ਤੂੰ ਆਪਣੇ ਪੁੱਤਰ ਨੂੰ ਮਰ ਜਾਣਾ ਕਿਉਂ ਕਹਿੰਦੀ? ਕਿਉਂਕਿ ਮਹਾਰਾਜ ਜਾਣਦੇ ਆ ਵੀ ਕਿਉਂ ਮਰ ਜਾਣਾ ਕਹਿੰਦੀ ਆ, ਤਾਂ ਹੀ ਪੁੱਛਿਆ। ਸਤਿਗੁਰੂ ਅੰਤਰਜਾਮੀ ਆ। ਉਂਝ ਸੁਭਾਵਕ ਹੀ ਮਾਈਆਂ ਆਪਣੇ ਬੱਚਿਆਂ ਨੂੰ ਮਰ ਜਾਣਾ ਕਹਿ ਲੈਂਦੀਆਂ, ਅੱਜ ਵੀ ਕਹਿ ਲੈਂਦੀਆਂ। ਉਂਝ ਦਿਲੋਂ ਥੋੜਾ ਮਾਂ ਕਹਿੰਦੀ ਹੁੰਦੀ ਵੀ ਮੇਰਾ ਪੁੱਤ ਮਰ ਜਾਵੇ, ਪਰ ਮਾਵਾਂ ਮਰ ਜਾਣਿਆ ਕਹਿ ਕੇ ਅੱਜ ਵੀ ਆਵਾਜ਼ ਮਾਰਦੀਆਂ ਆਪਣੇ ਬੱਚਿਆਂ ਨੂੰ। ਮਰ ਜਾਣਾ ਕਹਿ ਲੈਂਦੀਆਂ ਮਾਈਆਂ ਛੋਟੇ ਛੋਟੇ ਆਪਣੇ ਬੱਚਿਆਂ ਨੂੰ। ਤੇ ਮਹਾਰਾਜ ਸਾਹਿਬ ਜਾਣਦੇ ਆ ਵੀ ਇਹ ਮਾਈ ਮਰ ਜਾਣਾ ਕਹਿਣ ਦਾ ਕੀ ਭਾਵ। ਮਹਾਰਾਜ ਕਹਿੰਦੇ, ਮਾਤਾ ਤੂੰ ਆਪਣੇ ਪੁੱਤ ਨੂੰ ਮਰ ਜਾਣਾ ਕਹਿ ਕੇ ਕਿਉਂ ਆਵਾਜ਼ ਮਾਰਦੀ? ਤੇ ਮਾਤਾ ਲੱਖੋ ਜੀ ਉਹ ਕਹਿਣ ਲੱਗੇ, ਮੈਂ ਤਾਂ ਮਰ ਜਾਣਾ ਕਹਿੰਦੀ ਆ ਕਿਉਂਕਿ ਮੇਰੇ ਅੱਗੇ 6 ਪੁੱਤ ਮਰ ਗਏ। ਅੱਗੇ 6 ਪੁੱਤ, ਇਹ ਮੇਰਾ 7ਵਾਂ ਵਾ ਤੇ ਮੈਂ ਇਹਦਾ ਨਾਂ ਹੀ ਮਰ ਜਾਣਾ ਰੱਖ ਲਿਆ। ਭਾਵ ਇਹਨੂੰ ਮੈਂ ਕਹਿੰਦੀ, ਮੈਨੂੰ ਪਤਾ ਵੀ ਜਦੋਂ ਮੇਰੇ ਪਹਿਲੇ 6 ਬੱਚੇ ਨਹੀਂ ਬਚੇ
ਇਹਨੇ ਵੀ ਨਹੀਂ ਬਚਣਾ ਤੇ ਮੈਂ ਇਹਨੂੰ ਮਰ ਜਾਣਾ ਹੀ ਕਹਿੰਦੀ ਆ। ਤੇ ਇਸ ਕਰਕੇ ਹੁਣ ਮੈਂ ਨਾ ਹੀ ਇਹਦਾ ਮਰ ਜਾਣਾ ਹੀ ਰੱਖ ਲਿਆ, ਇਹਨੂੰ ਮੈਂ ਤਾਂ ਹੀ ਬੁਲਾਉਣੀ। ਤੇ ਮੈਂ ਜਾਣਦੀ ਵੀ ਆ ਵੀ ਮੇਰੇ 6 ਨਹੀਂ ਬਚੇ ਤੇ ਬਚਣਾ ਇਹਨੇ ਵੀ ਨਹੀਂ, ਇਹਨੇ ਵੀ ਮਾਰੀ ਜਾਣਾ। ਤੇ ਸਤਿਗੁਰੂ ਕਹਿਣ ਲੱਗੇ ਪਹਿਲਾ ਬਚਨ ਇਹੀ ਕੀਤਾ, ਮਾਤਾ ਇਹਦੇ ਸਿਰ ਦੇ ਕੇਸ ਨਾ ਕਟਾਈ, ਮਾਤਾ ਇਹਦੇ ਸਿਰ ਦੇ ਕੇਸ ਨਾ ਕਟਾਈ, ਇਹ ਮਰਦਾਨਾ ਹੋਵੇਗਾ, ਇਹ ਨਹੀਂ ਮਰੇਗਾ। ਤੂੰ ਕਹਿੰਦੀ ਮਰ ਜਾਣਾ, ਮਹਾਰਾਜ ਕਹਿੰਦੀ ਇਹ ਗਰੀਬ ਨਵਾਜ ਨੇ ਆਖਿਆ ਨਹੀਂ ਮਰੇਗਾ, ਇਹ ਤਾਂ ਜੁਗਾਂ ਤੀਕ ਜੀਵੇਗਾ, ਇਹ ਤੇ ਜੁਗਾਂ ਤੀਕ ਅਮਰ ਹੋਵੇਗਾ, ਇਹਦੇ ਸਿਰ ਦੇ ਕੇਸ ਨਾ ਕਟਾਵੇਂ, ਇਹ ਮਰਦਾਨਾ ਹੋਵੇਗਾ, ਮਰਦਾ ਨਾ, ਇਹ ਨਹੀਂ ਮਰੇਗਾ। ਤੇ ਮਰਦਾਨਾ ਉਹਨੂੰ ਕਹਿੰਦੇ ਆ ਜਿਹੜਾ ਮਰਦਾਂ ਬਹਾਦਰਾਂ ਵਿੱਚੋਂ ਬਹਾਦਰ, ਉਹਨਾਂ ਵਿੱਚੋਂ ਬਹਾਦਰ ਹੋਵੇ ਜਿਹੜਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਮਰਦਾਨੇ ਦੇ ਅਰਥ ਕੀਤੇ ਅੰਮ੍ਰਿਤ ਬਾਣੀ ਦੇ ਅੰਦਰ। ਜਿਸ ਉੱਤੇ ਵਾਹਿਗੁਰੂ ਦੀ ਉਚੇਚੀ ਮਿਹਰ ਹੋਵੇ, ਬਖਸ਼ਿਸ਼ ਹੋਵੇ, ਉਹ ਮਰਦਾਨਾ ਹੁੰਦਾ। ਜਾ ਕਉ ਮਿਹਰ ਮਿਹਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾਨਾ। ਤੇ ਮਹਾਰਾਜ ਨੇ ਇਹ ਬਚਨ ਕੀਤੇ, ਮਾਤਾ ਨੇ ਸਿਰ ਦੇ ਕੇਸ ਰਖਾਏ ਤੇ ਭਾਈ ਮਰਦਾਨਾ ਜੀ ਉਹ ਜੁਗਾਂ ਤੀਕ ਅਮਰ ਹੋ ਗਏ। ਸਾਧ ਸੰਗਤ ਉਹਨਾਂ ਨੇ ਬਾਬਾ ਜੀ ਦੇ ਸਾਥੀ ਬਣ ਕੇ, ਭਾਈ ਬਾਲਾ ਜੀ ਮਹਾਰਾਜ ਦੇ ਚੌਰ ਬਰਦਾਰ, ਭਾਈ ਮਰਦਾਨਾ ਜੀ ਗੁਰੂ ਕੇ ਰਬਾਬੀ ਸਿੱਖ, ਤੇ ਮਹਾਰਾਜ ਸਾਹਿਬ ਜੀ ਦਾ ਨਾਲ ਕੀਰਤਨ ਕੀਤਾ ਚੌਹਾਂ ਚੱਕਾਂ ਦੇ ਵਿੱਚ। ਤੇ ਭਾਈ ਮਰਦਾਨਾ ਸਦਾ ਵਾਸਤੇ ਅਮਰ ਹੋ ਗਏ। ਇਹ ਕੇਸਾਂ ਦੀ ਮਹਾਨਤਾ, ਤੋ ਕੇਸਾਂ ਦੀ ਬਹੁਤ ਵੱਡੀ ਵਡਿਆਈ ਹੈ। ਸਾਧ ਸੰਗਤ ਜੀ ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਸ ਪ੍ਰਕਾਰ ਦੇ ਨਾਲ ਇਹ ਕੇਸ ਗੁਰੂ ਕੀ ਮੋਹਰ ਹੈ। ਤੇ ਨੌ ਨਿਧੇ ਨੇ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ, ਧੰਨ ਧੰਨ ਆਖਿਆ ਤੇ ਆਪਣੇ ਘਰ ਨੂੰ ਗਿਆ। ਪ੍ਰਭੂ ਜੀ ਆਗਰੇ ਦੇ ਵਿੱਚ ਵਸਦੇ ਹਨ। ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ, ਇੱਕ ਆਉਂਦਾ ਇੱਕ ਜਾਂਦਾ ਹੈ। ਸੋਹਣਾ ਮੰਦਿਰ ਹੈ ਬਾਗ ਦੇ ਵਿੱਚ, ਸੰਘਣੇ ਦਰਖਤ ਵਾ ਹਰੇ ਭਰੇ ਵੇਖੇ ਜਾਂਦੇ। ਅਨੇਕ ਰੰਗਾਂ ਦੇ ਪੰਛੀ ਜਿਹੜੇ ਉੱਥੇ ਗੁੰਜਾਰਾਂ ਪਾਉਂਦੇ, ਬੋਲਦੇ, ਆਵਾਜ਼ਾਂ ਆਉਂਦੀਆਂ। ਫਲਾਂ ਤੇ ਫੁੱਲਾਂ ਦੇ ਨਾਲ ਬਾਗ ਸ਼ੋਭਾ ਪਾਉਂਦਾ ਹੈ। ਕਹਿੰਦੇ ਵੀ ਬਰਸਾਤ ਰੁੱਤ ਆ ਗਈ ਤੇ ਬੱਦਲਾਂ ਦੀ ਘਨਘੋਰ ਹੋਣ ਲੱਗੀ। ਥਾਂ ਥਾਂ ਤੇ ਮੋਰਾਂ ਨੇ ਬਹੁਤਾ ਸ਼ੋਰ ਪਾਇਆ। ਮੋਰ ਪਹਿਲਾਂ ਪਾਉਣ ਲੱਗੇ ਸਾਉਣ ਭਾਦਰੋਂ ਦੀ ਰੁੱਤ ਵਿੱਚ। ਮੀਂਹ ਪੈ ਰਿਹਾ ਤੇ ਧਰਤੀ ਸਾਰੀ ਪ੍ਰਫੁੱਲਤ ਹੋ ਰਹੀ ਪਾਣੀ ਦੇ ਨਾਲ। ਸਰੋਵਰ ਭਰ ਗਏ ਤੇ ਸਰੋਵਰਾਂ ਚੋਂ ਜਲ ਬਾਹਰ ਨਿਕਲਣ ਲੱਗ ਪਿਆ। ਨਦੀਆਂ ਬਹੁਤ ਤੇਜ਼ ਰਫ਼ਤਾਰ ਨਾਲ ਚੱਲਣ ਲੱਗ ਪਈਆਂ ਪਾਣੀ ਨਾਲ ਭਰ ਕੇ। ਗਰਮੀ ਦੂਰ ਹੋ ਗਈ, ਸਭ ਪਾਸੇ ਠੰਡ ਦਾ ਵਰਤਾਰਾ ਹੋ ਗਿਆ। ਇਸ ਤਰ੍ਹਾਂ ਜਿਸ ਮਹੀਨੇ ਵਿੱਚ ਉਤੋਂ ਪਾਣੀ ਚੋਂਦਾ ਹੈ, ਭਾਵ ਬੱਦਲਾਂ ਚੋਂ ਮੀਂਹ ਦੀਆਂ ਕਣੀਆਂ ਪੈਂਦੀਆਂ ਵਾ, ਸੌਣ ਤੇ ਭਾਦਰੋਂ, ਇਹਨੂੰ ਚਮਾਸਾ ਕਿਹਾ ਜਾਂਦਾ। ਸਤਿਗੁਰੂ ਜੀ ਉੱਥੇ ਆਗਰੇ ਸ਼ਹਿਰ ਦੇ ਬਾਗ ਵਿੱਚ ਸਥਿਤ ਹਨ। ਸਿੱਖ ਸੰਗਤਾਂ ਦੀ ਆਸਾ ਪੂਰੀ ਕਰ ਰਹੇ ਮਹਾਰਾਜ ਜੀ। ਕਦੇ ਕਦੇ ਬਹਾਦਰ ਸ਼ਾਹ ਦੇ ਨਾਲ ਮੇਲ ਬਣਦਾ ਗੁਰੂ ਜੀ ਦਾ। ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦਾ, ਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਪਾਸ ਬੁਲਾਉਂਦਾ। ਇਸ ਤਰ੍ਹਾਂ ਕਦੇ ਕਦੇ ਬਹਾਦਰ ਸ਼ਾਹ ਨਾਲ ਮੇਲ ਬਣਦਾ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਬਹਾਦਰ ਸ਼ਾਹ ਨਾਲ ਜਦੋਂ ਜਦੋਂ ਮੇਲ ਬਣਦਾ ਰਿਹਾ, ਉਹ ਅੱਗੇ ਕਥਨ ਕਰਾਂਗੇ। ਅਗਲਿਆਂ ਪ੍ਰਸੰਗਾਂ ਵਿੱਚ ਉਹ ਕਥਾ ਆਵੇਗੀ ਬਹਾਦਰ ਸ਼ਾਹ ਨਾਲ ਕਿਵੇਂ ਕਿਵੇਂ ਮਹਾਰਾਜ ਦਾ ਮੇਲ ਹੁੰਦਾ ਰਿਹਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਸਤਿਗੁਰੂ ਜੀ ਔਰ ਗੁਰੂ ਸਰੂਪ ਗੁਰੂ ਕੀ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਔਰ ਕੱਲ ਨੂੰ ਖਾਲਸਾ ਸਾਜਨਾ ਦਿਵਸ ਹੈ, ਵੈਸਾਖ ਦੀ ਸੰਗਰਾਂਦ, ਵਿਸਾਖੀ ਦਾ ਦਿਹਾੜਾ ਹੈ। ਸਾਰੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਉਹ ਭਾਈ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ
गुरु वाले बन के गुरु की खुशियां प्राप्त करिए। गरीब नवाज साहब जी रहमत करन जी। वाहिगुरु 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 वाहिगुरु। हे गोबिंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मया तार। अंधकूप महापयान नानक पारे उतार। आए प्रभ शरणागति कृपा निध दयाल। एक अखर हर मन बसत नानक होत निहाल। कथा निता प्रत होत है सुनो सिंह सुजान। नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।